Good morning, all student class ninth. Today we are reading our second chapter of history class ninth, the Russian Revolution, and we are further reading the subtopic number third, the February Revolution in Petrograd. ਤਾਂ ਅੱਜ ਆਪਾਂ ਪੜ੍ਹ ਰਹੇ ਹਾਂ ਫੈਬਰਰੀ ਰੈਵੋਲੂਸ਼ਨ ਇਨ ਪੈਟਰੋਗਾਰਡ ਕੀ ਸੀ? ਸੇਂਟ ਪੀਟਰਸਬਰਗ ਦਾ ਨਾਮ ਜਿਹੜਾ ਚੇਂਜ ਕਰਕੇ ਜਰਮਨ ਦੇ ਲੋਕਾਂ ਨੇ ਰੱਖਤਾ ਸੀਗਾ ਪੈਟਰੋਗਾਰਡ। ਤੇ ਆਪਾਂ ਥਰਡ ਜਿਹੜਾ ਹੈਗਾ ਸਬ ਟੋਪਿਕ ਪੜ੍ਹ ਰਹੇ ਹਾਂ। ਤੇ ਲੈਟਸ ਵੀ ਸਟਾਰਟ ਅਵਰ ਥਰਡ ਸਬ ਟੋਪਿਕ। ਕੀ ਹੁੰਦਾ ਹੈਗਾ ਕਿ ਇਨ ਦਾ ਵਿੰਟਰ ਆਫ 1917 ਕੰਡੀਸ਼ਨ ਇਨ ਦਾ ਕੈਪੀਟਲ ਪੈਟਰੋਗਾਰਡ ਵਰ ਗ੍ਰਿਮ। ਐਂਡ ਤੁਸੀਂ ਜਿਹੜੇ ਵਰਡ ਮੈਂ ਰਿਪੀਟ ਕਰੂੰਗਾ ਤੁਸੀਂ ਉਹ ਵਰਡ ਫਾਈਂਡ ਕਰ ਲੈਣੇ ਆ ਆਪਣੇ ਆਪ ਸਟੂਡੈਂਟ। ਤਾਂ ਇੱਥੇ ਵਰਡ ਜਿਹੜਾ ਤੁਸੀਂ ਗ੍ਰਿਮ ਫਾਈਂਡ ਕਰਨਾ। ਵਿੰਟਰ ਦੇ ਵਿੱਚ ਕੀ ਹੁੰਦਾ ਕਿ ਕੰਡੀਸ਼ਨ ਇੱਦਾਂ ਦੀ ਹੋ ਜਾਂਦੀ ਆ ਕਿ ਪੈਟਰੋਗਾਰਡ ਦੇ ਵਿੱਚ ਜਿਹੜੀ ਸਿਚੁਏਸ਼ਨ ਬਹੁਤ ਗਰਮਾ ਗਰਮੀ ਗਹਿਮੀ ਵਾਲੀ ਹੋ ਜਾਂਦੀ ਆ। ਦ ਲੇਆਊਟ ਆਫ ਦਾ ਸਿਟੀ ਸੀਮ ਟੂ ਐਮਫੇਸਾਈਜ਼ ਔਨ ਦਾ ਡਿਵੀਜ਼ਨ ਅਮੰਗ ਇਟਸ ਪੀਪਲ। ਅਤੇ ਜਿਹੜਾ ਉਹ ਲੇਆਊਟ ਹੁੰਦਾ ਆਪਾਂ ਥੋੜ੍ਹੇ ਜਿਹੇ ਕੈਪੀਟਲ ਕਰ ਲੈਂਦੇ ਹਾਂ ਜਿਹੜੇ ਲੈਟਰਸ ਹੈਗੇ ਆ। The layout of city seem to emphasize on the division among its people। ਤਾਂ ਲੇਆਊਟ ਇੱਦਾਂ ਦਾ ਹੁੰਦਾ ਕਿ ਪ੍ਰਤੀਤ ਹੁੰਦਾ ਸਾਨੂੰ ਲੱਗਦਾ ਹੈਗਾ ਕਿ ਡਿਵੀਜ਼ਨ ਹੈ ਲੋਕਾਂ ਦੇ ਵਿੱਚ। ਦ ਵਰਕਰ ਕੁਆਟਰਸ ਐਂਡ ਫੈਕਟਰੀਜ਼ ਵਰ ਲੋਕੇਟਡ ਔਨ ਦਾ ਰਾਈਟ ਬੈਂਕ ਆਫ ਦਾ ਰਿਵਰ ਨੇਵਾ। ਅਤੇ ਉੱਥੇ ਇੱਕ ਦੇਖਣ ਵਾਲੀ ਚੀਜ਼ ਹੈ ਕਿ ਜਿਹੜਾ ਹੈਗਾ ਰਸ਼ੀਆ ਦੇ ਵਿੱਚ ਇੱਕ ਰਿਵਰ ਹੈ ਜਿਹਦਾ ਨਾਮ ਨੇਵਾ ਹੈਗਾ। ਅਤੇ ਰਿਵਰ ਦੇ ਇੱਕ ਸਾਈਡ 'ਤੇ ਸਿਰਫ ਉਹ ਲੋਕ ਰਹਿੰਦੇ ਆ ਉਹਦੇ ਰਾਈਟ ਬੈਂਕ ਦੇ ਉੱਪਰ, ਉਹਦੇ ਸੱਜੇ ਕੰਢੇ ਦੇ ਉੱਪਰ ਜਿਹੜੇ ਨੋਬਲ ਫੈਮਿਲੀ ਨਾਲ ਬਿਲੋਂਗ ਕਰਦੇ ਆ। ਜਿਵੇਂ ਕਿ ਆਪਾਂ ਅੱਗੇ ਪੜ੍ਹਦੇ ਹਾਂ ਕਿਹੜੇ ਏਰੀਆ ਆਉਂਦੇ ਆ। ਅਤੇ ਇੱਕ ਪਾਸੇ ਰਿਵਰ ਦੇ ਲੈਫਟ ਹੈਂਡ 'ਤੇ ਜਿਹੜੀ ਹੈਗੇ ਆ ਦੂਜੇ ਲੋਕ ਰਹਿੰਦੇ ਆ। ਅਤੇ ਹੁਣ ਜਦੋਂ ਇੰਨੀ ਸਿਚੁਏਸ਼ਨ ਮਾੜੀ ਹੋ ਜਾਂਦੀ ਆ ਤਾਂ ਲੋਕ ਇਕੱਠੇ ਹੋ ਜਾਂਦੇ ਆ। ਅਤੇ ਉਹ ਲੋਕ ਇਕੱਠੇ ਹੋ ਕੇ ਰਿਵਰ ਦੇ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਵਰਕਰ ਕੁਆਟਰਸ ਐਂਡ ਫੈਕਟਰੀਜ਼ ਵਰ ਲੋਕੇਟਡ ਔਨ ਦਾ ਰਾਈਟ ਬੈਂਕ ਆਫ ਰਿਵਰ ਨੇਵਾ। ਅਤੇ ਰਾਈਟ ਬੈਂਕ ਜਿਹੜੀ ਰਿਵਰ ਨੇਵਾ ਉਹਦਾ ਜਿਹੜਾ ਸੱਜਾ ਕੰਢਾ ਹੈਗਾ ਉੱਥੇ ਇਕੱਠੇ ਹੋ ਜਾਂਦੇ ਲੋਕ ਸਾਰੇ। ਔਨ ਦਾ ਲੈਫਟ ਬੈਂਕ ਵਾਰ ਦਾ ਫੈਸ਼ਨੇਬਲ ਏਰੀਆ, ਜਿਹੜਾ ਲੈਫਟ ਬੈਂਕ ਹੁੰਦਾ ਉੱਧਰ ਜਿਹੜੇ ਨੋਬਲ ਫੈਮਿਲੀ ਵਾਲੇ ਸਾਰੇ ਰਹਿੰਦੇ ਹੁੰਦੇ ਆ, ਅਮੀਰ ਲੋਕ। ਫੈਸ਼ਨੇਬਲ ਏਰੀਆ, ਵਿੰਟਰ ਪੈਲੇਸ ਐਂਡ ਅਫੀਸ਼ੀਅਲ ਬਿਲਡਿੰਗ ਇਨਕਲੂਡਿੰਗ ਦਾ ਪੈਲੇਸ ਵੇਅਰ ਦਾ ਡੂਮਾ ਮੀਟ। ਹੁਣ ਡੂਮਾ ਉਹਨਾਂ ਦੀ ਪਾਰਲੀਮੈਂਟ ਆ, ਡੂਮਾ ਵੀ ਉਹਦੇ ਲੈਫਟ ਕੰਢੇ ਦੇ ਉੱਪਰ ਹੀ ਆ, ਖੱਬੇ ਪਾਸੇ ਜਿਹੜੀ ਹੈਗੀ ਰਿਵਰ ਦੇ ਨੇਵਾ ਦੇ। ਅਤੇ ਲੋਕ ਕਿੱਧਰ ਇਕੱਠੇ ਹੁੰਦੇ ਆ? ਗੁੱਸੇ ਦੇ ਵਿੱਚ ਸੱਜੇ ਪਾਸੇ, ਕਿਉਂਕਿ ਉਹਨਾਂ ਦੇ ਵਿਚਕਾਰ ਰਿਵਰ ਹੁੰਦੀ ਹੈ ਕਿ ਰਿਵਰ ਨੂੰ ਥੋੜ੍ਹਾ ਜਿਹਾ ਪਾਸ ਕਰਨਾ ਔਖਾ ਹੁੰਦਾ, ਕਿਉਂਕਿ ਇੱਕ ਤਰ੍ਹਾਂ ਦੀ ਡਿਵਾਈਡੇਸ਼ਨ ਹੋਈ ਹੁੰਦੀ ਹੈ ਕਿ ਇੱਕ ਪਾਸੇ ਚੰਗੇ ਲੋਕ ਰਹਿ ਰਹੇ ਆ, ਇੱਕ ਪਾਸੇ ਜਿਹੜੇ ਹੈਗੇ ਆ ਗਰੀਬ ਲੋਕ ਰਹਿ ਰਹੇ ਆ, ਵਰਕਰ ਰਹਿ ਰਹੇ ਆ। ਤਾਂ ਉਹ ਜਿਹੜੇ ਗਰੀਬ ਲੋਕ ਆ ਸੱਜੇ ਕੰਢੇ ਦੇ ਉੱਪਰ ਇਕੱਠੇ ਹੋ ਜਾਂਦੇ ਆ ਗੁੱਸੇ ਦੇ ਵਿੱਚ। ਇਨ ਫਰਵਰੀ 1907 ਫੂਡ ਸ਼ਾਰਟੇਜ ਵਰ ਡੀਪਲੀ ਫਿਲਟ ਇਨ ਦਾ ਵਰਕਰਸ ਕੁਆਟਰਸ। ਤਾਂ 1917 ਦੇ ਵਿੱਚ ਕੀ ਹੁੰਦਾ ਕਿ ਜਿਹੜੀ ਫੂਡ ਸ਼ਾਰਟੇਜ ਆ ਉਹ ਮਹਿਸੂਸ ਕੀਤੀ ਜਾਂਦੀ ਆ ਵਰਕਰ ਦੇ ਕੁਆਟਰ ਦੇ ਵਿੱਚ। ਕੁਆਟਰ ਕੀ ਹੁੰਦੇ ਆ? ਜਿਹੜੇ ਜਿਨ੍ਹਾਂ ਦੇ ਵਿੱਚ ਉਹ ਰਹਿ ਰਹੇ ਹੁੰਦੇ ਆ, ਛੋਟੇ ਛੋਟੇ ਹਾਊਸ ਬਣੇ ਹੁੰਦੇ ਆ ਵਰਕਰ ਦੇ, ਜਿਹਦੇ ਬਹੁਤ ਸਾਰੇ ਵਰਕਰ ਰਹਿੰਦੇ ਹੁੰਦੇ ਆ। ਦ ਵਿੰਟਰ ਵਾਜ਼ ਵੈਰੀ ਕੋਲਡ। ਹੁਣ ਰਸ਼ੀਆ ਦੇ ਵਿੱਚ ਠੰਡ ਬਹੁਤ ਪੈਂਦੀ ਆ ਸੀਗੀ ਉਸ ਟਾਈਮ 'ਤੇ ਵੀ। ਦੇਅਰ ਹੈਡ ਬੀਨ ਐਕਸੈਪਸ਼ਨਲ ਫਰੋਸਟ ਐਂਡ ਹੈਵੀ ਸਨੋ। ਅਤੇ ਇੱਕ ਬਦਕਿਸਮਤੀ ਦੇ ਨਾਲ ਇਹ ਵੀ ਕੰਮ ਹੁੰਦਾ ਕਿ ਇੱਥੇ ਕੋਰਾ ਜੰਮਣ ਲੱਗ ਜਾਂਦਾ ਅਤੇ ਬਹੁਤ ਜ਼ਿਆਦਾ ਬਰਫ਼ ਪੈਂਦੀ ਆ। ਪਾਰਲੀਮੈਂਟਰੀਅਨ ਵਿਸ਼ਿੰਗ ਟੂ ਪ੍ਰੀਜ਼ਰਵ ਇਲੈਕਟਡ ਗੌਰਮੈਂਟ ਵਰ ਅਪੋਜ਼ਡ ਟੂ ਦਾ ਜ਼ਾਰ ਡਿਜ਼ਾਇਰ ਟੂ ਡਿਜ਼ੋਲਵ ਦਾ ਦੂਮਾ। ਹੁਣ ਦੋ ਤਰ੍ਹਾਂ ਦੇ ਲੋਕ ਹੁੰਦੇ ਆ ਉੱਥੇ, ਜਿਹੜੇ ਪਾਰਲੀਮੈਂਟ ਸਿਸਟਮ ਨੂੰ ਸਪੋਰਟ ਕਰਦੇ ਹੁੰਦੇ ਕਿ ਪਾਰਲੀਮੈਂਟ ਹੋਵੇ, ਉਹਦਾ ਚਾਹੁੰਦੇ ਹੁੰਦੇ ਕਿ ਇਲੈਕਟਡ ਜਿਹੜੀ ਸਰਕਾਰ ਆ ਹੋਵੇ। ਪਰ ਜਿਹੜੇ ਰਾਜ ਦਾ ਵਿਰੋਧ ਕਰਦੇ ਹੁੰਦੇ ਆ ਉਹ ਚਾਹੁੰਦੇ ਹੁੰਦੇ ਆ ਕਿ ਜਿਹੜੀ ਹੈਗੀ ਆ ਸੀਜ਼ਾਰ ਦਾ ਜਿਹੜਾ ਰਾਜ ਭਾਗ ਆ ਨਾ ਉਹਨੂੰ ਡਿਜ਼ੋਲਵ ਕਰ ਦਈਏ, ਡੂਮਾ ਨੂੰ, ਪਾਰਲੀਮੈਂਟ ਨੂੰ ਡਿਜ਼ੋਲਵ ਕਰ ਦਈਏ, ਭੰਗ ਕਰ ਦਈਏ, ਤਾਂ ਕਿ ਰਾਜ ਦੀ ਸ਼ਕਤੀ ਨੂੰ ਘੱਟ ਕੀਤਾ ਜਾ ਸਕੇ। ਨੈਕਸਟ ਕੀ ਹੁੰਦਾ? On 22 February, a lockout took place at the factory on the right bank। ਅਤੇ 22 ਫਰਵਰੀ ਨੂੰ ਕੀ ਹੁੰਦਾ ਕਿ ਲੋਕਡਾਊਨ ਜਿਹੜਾ ਹੈਗਾ ਡਿਕਲੇਅਰ ਕਰ ਦਿੱਤਾ ਜਾਂਦਾ ਫੈਕਟਰੀਆਂ ਦੇ ਵਿੱਚ ਜਿਹੜੀਆਂ ਰਾਈਟ ਬੈਂਕ ਦੇ ਉੱਪਰ ਰਿਵਰ ਨੇਵਾ ਦੇ ਸੱਜੇ ਕੰਢੇ ਦੇ ਉੱਪਰ ਹੁੰਦੀਆਂ। ਨੈਕਸਟ ਡੇ ਵਰਕਰ ਇਨ 50 ਫੈਕਟਰੀਜ਼ ਕਾਲਡ ਏ ਸਟ੍ਰਾਈਕ ਇਨ ਸਿੰਪਥੀ।
ਤੇ ਨੈਕਸਟ ਡੇ ਫਿਰ ਕੀ ਹੁੰਦਾ, ਜਿਹੜੇ 50 ਵਰਕਰ ਹੁੰਦੇ ਫੈਕਟਰੀਆਂ ਦੇ, ਉਹ ਸਟ੍ਰਾਈਕ ਕਰ ਦਿੰਦੇ ਆ ਸਹਿਮਤੀ ਨਾਲ, ਇੱਕ ਦੂਜੇ ਨਾਲ ਸਹਿਮਤੀ ਕਰਕੇ ਉਹ ਸਟ੍ਰਾਈਕ ਨੂੰ ਡਿਕਲੇਅਰ ਕਰ ਦਿੰਦੇ ਆ 50 ਵਰਕਰ। ਇਨ ਮੈਨੀ ਫੈਕਟਰੀਜ਼ ਵੂਮਨ ਲਿਡ ਦਾ ਵੇਟ ਟੂ ਸਟ੍ਰਾਈਕ। ਬਹੁਤ ਸਾਰੀਆਂ ਜਿਹੜੀਆਂ ਫੈਕਟਰੀਆਂ ਉਹਨਾਂ 'ਚ ਵੂਮਨ ਵੀ ਇਸ ਚੀਜ਼ ਨੂੰ ਲੀਡ ਕਰ ਰਹੀਆਂ ਸਟ੍ਰਾਈਕ ਨੂੰ, ਉਹ ਵੀ ਸਟ੍ਰਾਈਕ ਕਰ ਦਿੰਦੀਆਂ। ਦਿਸ ਕੇਮ ਟੂ ਬੀ ਕਾਲਡ ਆ ਇੰਟਰਨੈਸ਼ਨਲ ਵੂਮਨਸ ਡੇ। ਅਤੇ ਇਸ ਚੀਜ਼ ਨੂੰ ਕੀ ਕਿਹਾ ਜਾਂਦਾ ਜਦੋਂ ਵੂਮਨ ਸਟ੍ਰਾਈਕ ਕਰਦੀਆਂ, ਇੰਟਰਨੈਸ਼ਨਲ ਵੂਮਨਸ ਡੇ ਕਿਹਾ ਜਾਂਦਾ। ਡੈਮੋਸਟ੍ਰੇਟਿੰਗ ਵਰਕਰ ਕ੍ਰੋਸਡ ਫਰੋਮ ਦਾ ਫੈਕਟਰੀ ਕੁਆਟਰਸ ਟੂ ਦਾ ਸੈਂਟਰ ਆਫ ਦਾ ਕੈਪੀਟਲ। ਜਿਹੜੇ ਪ੍ਰਦਰਸ਼ਨ ਕਰ ਰਹੇ ਹੁੰਦੇ ਵਰਕਰ, ਉਹ ਕੀ ਕ੍ਰੋਸ ਕਰਦੇ ਆ ਫੈਕਟਰੀ ਦੇ ਕੁਆਟਰਾਂ ਤੋਂ ਲੈ ਕੇ ਸੈਂਟਰਲ ਤੱਕ, ਕੈਪੀਟਲ ਜਿਹੜੀ ਉਹ ਰਾਜਧਾਨੀ ਹੁੰਦੀ ਆ ਰਸ਼ੀਆ ਦੀ, ਦਾ ਨੈਵਿਸਕੀ ਪ੍ਰੋਸਪੈਕਟ ਜਗ੍ਹਾ ਦਾ ਨਾਮ ਆ, ਉੱਥੇ ਉਹ ਮੂਵ ਕਰ ਜਾਂਦੇ ਆ, ਕ੍ਰੋਸਡ ਕਰ ਜਾਂਦੇ ਆ। ਐਟ ਦਿਸ ਸਟੇਜ ਨੋ ਪੋਲੀਟੀਕਲ ਪਾਰਟੀ ਵਾਜ਼ ਐਕਚੁਅਲੀ ਆਰਗਨਾਈਜ਼ ਦਾ ਮੂਵਮੈਂਟ। ਪਰ ਹੁਣ ਇਸ ਟਾਈਮ ਦੇ ਕੋਈ ਵੀ ਜਿਹੜੀ ਪੋਲੀਟੀਕਲ ਪਾਰਟੀ ਆ ਉਹਨੂੰ ਔਰਗਨਾਈਜ਼ ਨਹੀਂ ਕਰ ਰਹੀ ਹੁੰਦੀ ਮੂਵਮੈਂਟ ਨੂੰ। ਐਟ ਦਿਸ ਸਟੇਜ ਨੋ ਪੋਲੀਟੀਕਲ ਪਾਰਟੀ ਵਾਜ਼ ਐਕਚੁਅਲੀ ਆਰਗਨਾਈਜ਼ ਦਾ ਮੂਵਮੈਂਟ। ਹੁਣ ਜਿਹੜੀ ਮੂਵਮੈਂਟ ਤਿਆਰ ਹੋਈ ਆਪਣੇ ਆਪ ਲੋਕਾਂ ਦੇ ਗੁੱਸੇ ਕਰਕੇ, ਇਹਨੂੰ ਕੋਈ ਵੀ ਔਰਗਨਾਈਜ਼ ਨਹੀਂ ਕਰ ਰਿਹਾ ਹੁੰਦਾ। ਐਜ਼ ਦਾ ਫੈਸ਼ਨੇਬਲ ਕੁਆਟਰ ਐਂਡ ਓਫੀਸ਼ੀਅਲ ਬਿਲਡਿੰਗ ਵਰ ਸਰਾਊਂਡਡ ਬਾਈ ਵਰਕਰ, ਦਾ ਗਵਰਨਮੈਂਟ ਇੰਪੋਜ਼ ਦਾ ਕਰਫਿਊ। ਜਿਵੇਂ ਸਾਡੇ ਦੇਸ਼ ਵਿੱਚ ਹੁੰਦਾ ਹੈਗਾ ਕਿ ਲੋਕ ਜਿਹੜਾ ਹੈਗਾ ਘੇਰ ਲੈਂਦੇ ਬਿਲਡਿੰਗ ਨੂੰ, ਉੱਥੇ ਵੀ ਇਸ ਤਰ੍ਹਾਂ ਦਾ ਹੋਇਆ ਕਿ ਫੈਸ਼ਨੇਬਲ ਜਿਹੜੇ ਕੁਆਟਰ ਸੀਗੇ ਖੱਬੇ ਕੰਢੇ 'ਤੇ ਬਣੇ ਹੋਏ ਸੀ ਰਿਵਰ ਦੇ, ਅਤੇ ਜਿਹੜੀਆਂ ਸਰਕਾਰੀ ਬਿਲਡਿੰਗ ਸੀਗੀਆਂ ਉਹਨਾਂ ਨੂੰ ਘੇਰ ਲਿਆ ਵਰਕਰ ਨੇ, ਐਂਡ ਗੌਰਮੈਂਟ ਨੇ ਫਿਰ ਕੀ ਕੀਤਾ, ਕਰਫਿਊ ਡਿਕਲੇਅਰ ਕਰਤਾ। ਡੈਮੋਸਟ੍ਰੇਟਰ ਡਿਸਪਰੈਸਡ ਬਾਈ ਦਾ ਈਵਨਿੰਗ। ਅਤੇ ਜਿਹੜੇ ਪ੍ਰਦਰਸ਼ਨਕਾਰੀ ਸੀ ਉਹਨਾਂ ਨੂੰ ਦਬਾ ਦਿੱਤਾ ਗਿਆ ਸ਼ਾਮ ਤੱਕ ਹੀ। ਬਟ ਦੇ ਕੇਮ ਬੈਕ ਔਨ ਦਾ 24th ਐਂਡ 5th। ਅਤੇ ਉਹ 24 ਨੂੰ ਅਤੇ 25 ਤਰੀਕ ਨੂੰ ਫਿਰ ਕੀ ਆ ਵਾਪਸ ਆ ਗਏ। ਦਾ ਗਵਰਨਮੈਂਟ ਕਾਲਡ ਆਊਟ ਆ ਕਾਵਲੇਰੀ ਐਂਡ ਪੁਲਿਸ ਟੂ ਕੀਪ ਐਨ ਆਈ ਔਨ ਦੈਮ। ਕਾਵੇਲਰੀ ਤੁਸੀਂ ਫਾਈਂਡ ਕਰਨਾ, ਇਹਦਾ ਮਤਲਬ ਹੁੰਦਾ ਘੋੜ ਸਵਾਰ ਫੌਜ। ਅਤੇ ਗੌਰਮੈਂਟ ਕੀ ਕਰਦੀ ਆ, ਜਿਹੜੇ ਘੋੜ ਸਵਾਰ ਪੁਲਿਸ ਹੁੰਦੀ ਆ ਉਹਨੂੰ ਬੁਲਾਉਂਦੀ ਹੈ, ਐਂਡ ਪੁਲਿਸ ਟੂ, ਅਤੇ ਜਿਹੜੀ ਨੋਰਮਲ ਪੁਲਿਸ ਆ ਉਹਨਾਂ ਨੂੰ ਸਾਰਿਆਂ ਨੂੰ ਕਹਿੰਦੀ ਹੈ ਕਿ ਇਹਨਾਂ ਦੇ ਉੱਪਰ ਨਜ਼ਰ ਰੱਖੋ। ਤੁਸੀਂ ਦੇਖ ਵੀ ਸਕਦੇ ਹੋ ਪੂਰੀ ਪਿਕਚਰ, ਸਾਡੇ ਕੋਲ ਪਿਕਚਰ ਵੀ ਹੈ ਇਸ ਸਾਈਡ ਦੇ ਉੱਪਰ। ਚਲੋ ਨੈਕਸਟ ਪੜ੍ਹਦੇ ਹਾਂ। ਅਤੇ ਫਿਰ ਕੀ ਹੁੰਦਾ, ਔਨ ਸੰਡੇ 25 ਫਰਵਰੀ ਦਾ ਗਵਰਨਮੈਂਟ ਸਸਪੈਂਡਡ ਦਾ ਦੂਮਾ। ਹੁਣ ਇੱਥੇ ਤੁਸੀਂ ਵਾਰੀ ਡੂਮਾ ਵਰਡ ਰਿਪੀਟ ਹੋ ਰਿਹਾ। ਤਾਂ ਡੂਮਾ ਮੀਨਸ ਹੈ ਕੀ ਹੈ ਕਿ ਉਹਨਾਂ ਦੀ ਪਾਰਲੀਮੈਂਟ ਦਾ ਨਾਮ ਡੂਮਾ, ਜਿਵੇਂ ਸਾਡੀ ਪਾਰਲੀਮੈਂਟ ਨੂੰ ਪਾਰਲੀਮੈਂਟ ਬੋਲਦੇ ਹਾਂ, ਉਹਨਾਂ ਦੀ ਪਾਰਲੀਮੈਂਟ ਦਾ ਨਾਮ ਡੂਮਾ ਹੈਗਾ। ਪੋਲੀਟੀਸ਼ੀਅਨ ਸਪੋਕ ਆਊਟ ਅਗੇਂਸਟ ਦਾ ਮੇਅਰਸ। ਅਤੇ ਜਿਹੜੇ ਪੋਲੀਟੀਸ਼ੀਅਨ ਹੁੰਦੇ ਆ ਉਹ ਇਹਨਾਂ ਸਾਰੇ ਜਿਹੜੇ ਮੇਅਰਸ ਆ ਉਹਨਾਂ ਦੇ ਅਗੇਂਸਟ ਬੋਲਦੇ ਆ। ਡੈਮੋਸਟ੍ਰੇਟਰ ਰਿਟਰਨ ਇਨ ਫੋਰਸ ਟੂ ਦਾ ਸਟਰੀਟਸ ਆਫ ਦਾ ਲੈਫਟ ਬੈਂਕ ਔਨ 26th। ਅਤੇ ਜਿਹੜੇ ਡੈਮੋਸਟ੍ਰੇਸ਼ਨ ਜਿਹੜੇ ਪ੍ਰਦਰਸ਼ਨ ਕਰ ਰਹੇ ਹੁੰਦੇ ਆ ਉਹ ਵਾਪਸ ਚਲੇ ਜਾਂਦੇ ਆ ਜਦੋਂ ਉਹਨਾਂ ਦੇ ਉੱਪਰ ਫੋਰਸ ਲਾਗੂ ਕੀਤਾ ਜਾਂਦਾ। ਲੈਫਟ ਬੈਂਕ ਜਿਹੜਾ ਹੁੰਦਾ ਉਹਦੀਆਂ ਗਲੀਆਂ ਦੇ ਵਿੱਚ ਚਲੇ ਜਾਂਦੇ ਆ। ਔਨ ਦਾ 27 ਦਾ ਪੁਲਿਸ ਹੈੱਡਕੁਆਟਰ ਵਰ ਰੈਨਸੈਂਗਡ। ਅਤੇ ਫਿਰ ਕੀ ਹੁੰਦਾ ਗਾ 26 ਨੂੰ ਪੁਲਿਸ ਹੈੱਡਕੁਆਟਰ ਜਿਹੜੇ ਸੀਗੇ ਉਹ ਬਹੁਤ ਗੁੱਸੇ ਨਾਲ, ਰੈਨਸੈਂਗ ਦਾ ਮੀਨ ਹੁੰਦਾ ਬਹੁਤ ਹੀ ਜਿਹੜੀ ਹੈਗੀ ਜਲਦਬਾਜ਼ੀ ਨਾਲ ਉਹਨਾਂ ਨੂੰ ਫਾਈਂਡ ਕਰਨਾ, ਦੇਖਣਾ, ਕਿਸੇ ਦੀ ਚੀਜ਼ ਦੀ ਤਲਾਸ਼ੀ ਲੈਣੀ। ਤਾਂ ਦਾ ਪੁਲਿਸ ਹੈੱਡਕੁਆਟਰ ਵਰ ਰੈਨਸੈਂਗ ਦੇ ਜਲਦੀ ਨਾਲ ਉਹਨਾਂ ਨੂੰ ਉਹਦੀ ਤਲਾਸ਼ੀ ਲਈ ਜਾਂਦੀ ਆ, ਵੇਖਿਆ ਜਾਂਦਾ ਕਿ ਉਹਨਾਂ ਵਿੱਚ ਅਸਲਾ ਵਗੈਰਾ ਹੈ ਜਾਂ ਨਹੀਂ ਹੈ। ਦ ਸਟਰੀਟਸ ਥਰੋਨਡ ਵਿਦ ਦਾ ਪੀਪਲ। ਹੁਣ ਥਰੋਨਡ ਵਰਡ ਤੁਸੀਂ ਫਾਈਂਡ ਕਰਨਾ ਅਤੇ ਰੈਨਸੈਂਗਡ ਵੀ ਫਾਈਂਡ ਕਰਨਾ। ਵਰਡ ਰੈਨਸੈਂਗਡ ਐਂਡ ਥਰੋਨਡ, ਇਹ ਵਰਡ ਤੁਸੀਂ ਫਾਈਂਡ ਕਰਨੇ ਆ। ਵਿਦ ਪੀਪਲ ਰੇਜ਼ਿੰਗ ਸਲੋਗਨਸ ਅਬਾਊਟ ਬ੍ਰੈਡ ਵੇਜਸ ਐਂਡ ਬੈਟਰ ਹਾਰਸ ਐਂਡ ਡੈਮੋਕ੍ਰੇਸੀ। ਲੋਕ ਕੀ ਕਾਹਦੇ ਬਾਰੇ ਰੌਲਾ ਪਾ ਰਹੇ ਹੁੰਦੇ ਆ ਕਿ ਉਹਨਾਂ ਦੇ ਹੱਥਾਂ ਵਿੱਚ ਸਲੋਗਨ ਫੜੇ ਹੁੰਦੇ ਆ ਕਿ ਸਾਨੂੰ ਬ੍ਰੈਡ ਦਿਓ ਖਾਣ ਲਈ, ਵੇਜਸ ਦਿਓ ਕੰਮ ਲਈ, ਅਤੇ ਸਾਨੂੰ ਘੰਟੇ ਵੀ ਜਿਹੜੇ ਹੈਗੇ ਬੈਟਰ ਹਾਰਸ ਕਰੋ। ਇਹ ਨਹੀਂ ਕਿ ਸਾਰਾ ਦਿਨ ਅਸੀਂ ਕੰਮ ਕਰਦੇ ਰਹੀਏ, 8 ਘੰਟੇ ਦਾ ਕੰਮ ਹੋਣਾ ਚਾਹੀਦਾ। ਫਿਰ ਕੀ ਹੁੰਦਾ, ਅਤੇ ਡੈਮੋਕ੍ਰੇਸੀ ਚਾਹੀਦੀ ਹੈ, ਲੋਕਤੰਤਰ ਚਾਹੀਦਾ। ਦ ਗਵਰਨਮੈਂਟ ਟਰਾਈ ਟੂ ਕੰਟਰੋਲ ਦਾ ਸਿਚੁਏਸ਼ਨ ਐਂਡ ਕਾਲਡ ਆਊਟ ਦਾ ਕਾਵਲਰੀ ਵੰਸ ਅਗੇਨ। ਅਤੇ ਫਿਰ ਗਵਰਨਮੈਂਟ ਕੀ ਕਰਦੀ ਹੈ, ਕੋਸ਼ਿਸ਼ ਕਰਦੀ ਆ ਕਿ ਸਿਚੁਏਸ਼ਨ ਨੂੰ ਕੰਟਰੋਲ ਕੀਤਾ ਜਾਵੇ, ਅਤੇ ਉਹ ਕੀ ਆ ਕਾਵਲਰੀ ਨੂੰ ਦੁਬਾਰਾ ਬੁਲਾਉਂਦੇ ਆ, ਘੋੜਸਵਾਰ ਫੌਜ ਨੂੰ। ਹਾਊਐਵਰ ਦਾ ਕਾਵਲਰੀ ਰਿਫਿਊਜ਼ ਟੂ ਫਾਇਰ ਔਨ ਦਾ ਡੈਮੋਸਟ੍ਰੇਟਰ।
ਤੇ ਫਿਰ ਜਿਹੜੇ ਉਹ ਘੋੜਸਵਾਰ ਫੌਜੀ ਹੁੰਦੇ ਉਹ ਵੀ ਆਮ ਲੋਕਾਂ ਦੇ ਵਿੱਚ ਹੀ ਹੁੰਦੇ ਆ, ਇਸ ਕਰਕੇ ਉਹ ਕੀ ਕਰ ਦਿੰਦੇ, ਰਿਫਿਊਜ਼ ਕਰ ਦਿੰਦੇ ਆ ਕਿ ਉਹਨਾਂ ਦੇ ਉੱਪਰ ਉਹ ਪ੍ਰਦਰਸ਼ਨਕਾਰੀਆਂ ਉੱਪਰ ਗੋਲੀ ਨਹੀਂ ਚਲਾਉਣਗੇ। ਐਨ ਆਫਿਸਰ ਵਾਜ਼ ਏ shot at the barracks of regiment and 3 other regiment mutineed voting to join the striking workers। ਤੇ ਕੀ ਹੁੰਦਾ ਕਿ ਆਫਿਸਰ ਜਿਹੜਾ ਹੁੰਦਾ ਉਹਨੂੰ ਇੱਕ ਆਫਿਸਰ ਨੂੰ ਮਾਰ ਦਿੱਤਾ ਜਾਂਦਾ ਛਾਉਣੀ ਦੇ ਵਿੱਚ ਹੀ, ਇੱਕ ਰੈਜੀਮੈਂਟ ਦਾ ਕੋਈ ਆਫਿਸਰ ਹੁੰਦਾ ਉਹਨੂੰ ਮਾਰ ਦਿੰਦੇ ਆ, ਅਤੇ ਜਿਹੜੇ ਬਾਕੀ 3 ਹੁੰਦੇ ਆ ਉਹ ਇਹ ਫੈਸਲਾ ਕਰ ਲੈਂਦੇ ਆ ਕਿ ਅਸੀਂ ਲੋਕਾਂ ਦੇ ਨਾਲ ਉਹ ਲੋਕਾਂ ਨਾਲ ਰਲ ਜਾਵਾਂਗੇ। ਮਿਊਟਾਈਂਡ ਮਤਲਬ ਮਨਾ ਕਰ ਦੇਣਾ ਕਿਸੇ ਕੰਮ ਕਰਨ ਤੋਂ। ਇਹ ਵਰਡ ਵੀ ਤੁਸੀਂ ਫਾਈਂਡ ਕਰਨਾ, ਵਰਡ ਮਿਊਟਾਈਂਡ। ਐਂਡ ਉਹ ਜੁਆਇਨ ਕਰ ਲੈਂਦੇ ਆ ਜਿਹੜੀ ਸਟਰਾਈਕਿੰਗ ਹੁੰਦੀ ਹੈ ਵਰਕਰਸ ਦੀ। ਬਾਏ ਦੈਟ ਈਵਨਿੰਗ ਸੋਲਜਰ ਐਂਡ, ਉਸੇ ਸ਼ਾਮ ਨੂੰ ਸੋਲਜਰ ਐਂਡ, ਆਪਾਂ ਨੈਕਸਟ ਪੇਜ ਉੱਪਰ ਪੜ੍ਹਦੇ ਹਾਂ। striking workers had gathered to form a Soviet or council in the same building as the Duma meet। ਜਿੱਥੇ ਡੂਮਾ ਸੀਗੀ ਉੱਥੇ ਹੀ ਉਹ ਕੀ ਕਰਦੇ ਆ, ਸਟਰਾਈਕਿੰਗ ਵਰਕਰ ਸਾਰੇ ਰਲ ਕੇ ਕੀ ਕਰਦੇ ਆ, ਇੱਕ ਕੌਂਸਲ ਬਣਾਉਂਦੇ ਆ ਜਿਹਨੂੰ ਸੋਵੀਅਤ ਕਹਿੰਦੇ ਜਾਂ ਕੌਂਸਲ ਕਹਿੰਦੇ ਆ। ਸੋਵੀਅਤ ਤਾਈਓ ਕਹਿੰਦੇ ਆ ਉਹਨੂੰ, ਸੋਵੀਅਤ। ਸੇਮ ਬਿਲਡਿੰਗ ਦੇ ਵਿੱਚ ਜਿੱਥੇ ਡੂਮਾ ਸੀਗੀ। ਦਿਸ ਵਾਜ਼ ਦਾ ਪੈਟਰੋਗਰਾਡ ਸੋਵੀਅਤ। ਹੁਣ ਪੈਟਰੋਗਰਾਡ ਵਰਡ ਬਹੁਤ ਵਾਰੀ ਰਿਪੀਟ ਹੋ ਚੁੱਕਾ। ਪੈਟਰੋਗਰਾਡ ਦਾ ਮੀਨਸ ਸੇਂਟ ਪੀਟਰਸਬਰਗ ਹੀ ਹੈ, ਅਤੇ ਸੇਂਟ ਪੀਟਰਸਬਰਗ ਦਾ ਨਾਮ ਕਿਹਨਾਂ ਨੇ ਚੇਂਜ ਕਰਤਾ ਸੀ, ਜਰਮਨ ਦੇ ਲੋਕਾਂ ਨੇ। ਦਿਸ ਵਾਜ਼ ਦਾ ਪੈਟਰੋਗਰਾਡ ਸੋਵੀਅਤ। ਪੈਟਰੋਗਰਾਡ ਮੀਨਸ ਸੇਂਟ ਪੀਟਰਸਬਰਗ ਦੀ, ਸੋਵੀਅਤ ਮਤਲਬ ਉਹਨਾਂ ਦੀ ਇੱਕ ਕੌਂਸਲ। The very next day a delegation went to see the czar। ਇੱਥੇ ਟੀ ਸਾਇਲੈਂਟ ਹੈ, ਇਹਨੂੰ ਜ਼ਾਰ ਹੀ ਬੋਲਣਾ। ਤਾਂ ਨੈਕਸਟ ਡੇ ਕੀ ਹੁੰਦਾ, ਇੱਕ ਡੈਲੀਗੇਸ਼ਨ ਆਉਂਦਾ ਜਿਹੜਾ ਕਿ ਜ਼ਾਰ ਨੂੰ ਮਿਲਦਾ। ਮਿਲਟਰੀ ਕਮਾਂਡਰ ਐਡਵਾਈਜ਼ ਹਿਮ ਟੂ ਐਬਡੀਕੇਟ। ਅਤੇ ਜਿਹੜੇ ਮਿਲਟਰੀ ਕਮਾਂਡਰ ਹੁੰਦੇ ਆ ਉਹ ਕਹਿ ਦਿੰਦੇ ਆ ਕਿ ਤੂੰ ਹੁਣ ਆਪਣਾ ਕੰਮ ਕਰ ਛੱਡ ਦੇ, ਮਤਲਬ ਕਿ ਰਾਜੇ ਨੂੰ ਆਪਣੇ ਰਾਜ ਭਾਗ ਤੋਂ ਕੰਮ ਕਰਨ ਲਈ ਮਨਾ ਕਰਨ ਲਈ ਕਹਿੰਦੇ ਆ। ਹੀ ਫੋਲੋਡ ਦੀਅਰ ਐਡਵਾਈਜ਼, ਉਹ ਉਹਨਾਂ ਦੀ ਐਡਵਾਈਜ਼ ਮੰਨਦਾ। ਐਂਡ ਐਬਡੀਕੇਟ ਔਨ 2 ਮਾਰਚ, ਅਤੇ ਉਹ ਉਹਨਾਂ ਦੀ ਐਡਵਾਈਜ਼ ਮੰਨਦਾ ਹੋਇਆ ਮਿਲਟਰੀ ਕਮਾਂਡਰ ਦੀ 2 ਮਾਰਚ ਨੂੰ ਛੱਡ ਦਿੰਦਾ। ਉਹ ਹੁਣ ਸਾਰੀਆਂ ਜ਼ਿੰਮੇਵਾਰੀਆਂ ਤੋਂ ਫਾਰਗ ਆ, ਹੁਣ ਉਹ ਰਾਜੇ ਵਾਲਾ ਕੋਈ ਵੀ ਕੰਮ ਨਹੀਂ ਕਰੂਗਾ। ਸੋਵੀਅਤ ਲੀਡਰ ਐਂਡ ਦੂਮਾ ਲੀਡਰ ਫਾਰਮਡ ਏ ਪ੍ਰੋਵੀਜ਼ਨਲ ਗਵਰਨਮੈਂਟ। ਹੁਣ ਜਿਹੜੇ ਸੋਵੀਅਤ ਦੇ ਲੀਡਰ ਹੁੰਦੇ ਆ ਲੈਲਨ ਵਰਗੇ, ਅਤੇ ਡੂਮਾ ਲੀਡਰ ਹੁੰਦੇ ਆ, ਉਹ ਇੱਕ ਸਰਕਾਰ ਬਣਾਉਂਦੇ ਆ। ਪ੍ਰੋਵੀਜ਼ਨਲ ਗਵਰਨਮੈਂਟ ਹੁੰਦੀ ਆ ਜਿਹੜੀ ਟੈਂਪਰੇਰੀ ਗਵਰਨਮੈਂਟ ਹੈ, ਟੂ ਰਨ ਦਾ ਕੰਟਰੀ ਨੂੰ ਚਲਾਉਣ ਲਈ। ਰਸ਼ੀਆਸ ਫਿਊਚਰ ਵੁੱਡ ਬੀ ਡਿਸਾਈਡਡ ਬਾਏ ਏ ਕੰਸਟੀਟਿਊਸ਼ਨਲ ਅਸੈਂਬਲੀ। ਅਤੇ ਹੁਣ ਰਸ਼ੀਆ ਦਾ ਫਿਊਚਰ ਕੀ ਹੋਊਗਾ ਕਿ ਉਹਨੂੰ ਇੱਕ ਕੰਸਟੀਟਿਊਸ਼ਨਲ ਅਸੈਂਬਲੀ ਚਲਾਊਗੀ। ਉਹ ਸੋਚੇਗੀ ਕੰਸਟੀਟਿਊਸ਼ਨਲ ਅਸੈਂਬਲੀ ਕਿ ਦੇਸ਼ ਵਿੱਚ ਅੱਗੇ ਕੀ ਹੋਊਗਾ। ਇਲੈਕਟਡ ਔਨ ਦਾ ਬੇਸਿਸ ਆਫ ਯੂਨੀਵਰਸਲ ਅਡਲਟ ਸਫਰੇਜ। ਅਤੇ ਹੁਣ ਕੀ ਆ, ਵੋਟਾਂ ਹੋਣਗੀਆਂ, ਵੋਟਾਂ ਦੇ ਦੁਆਰਾ ਹੀ ਜਿਹੜੀ ਹੈਗੀ ਰਸ਼ੀਆ ਦੀ ਕਿਸਮਤ ਤੈਅ ਹੋਊਗੀ। ਪੈਟਰੋਗਰਾਡ ਹੈਡ ਲੀਡ ਦਾ ਫਰਵਰੀ ਰੈਵੋਲੂਸ਼ਨ। ਅਤੇ ਪੈਟਰੋਗਰਾਡ ਨੇ ਲੀਡ ਕੀਤਾ ਫਰਵਰੀ ਰੈਵੋਲੂਸ਼ਨ ਨੂੰ। that brought down the monarchy in February 1970। ਅਤੇ ਪੈਟਰੋਗਰਾਡ ਨੇ ਫਰਵਰੀ ਰੈਵੋਲੂਸ਼ਨ ਨੂੰ ਲੀਡ ਕੀਤਾ, ਅਤੇ ਜਿਹਨੇ ਬ੍ਰੌਡ ਡਾਊਨ ਲਿਆਂਦਾ ਕਿ ਮਨਾਰਕੀ ਨੂੰ ਹੇਠਾਂ ਲਿਆਂਦਾ ਇਨ ਫਰਵਰੀ 1970। ਮਨਾਰਕੀ ਇੱਥੇ ਕੀ ਹੈ, ਕਿੰਗਸ਼ਿਪ ਹੋਣਾ, ਕਿੰਗ ਦਾ ਰਾਜ ਹੋਣਾ, ਉਹਨੂੰ ਮਨਾਰਕੀ ਬੋਲਦੇ ਆ। ਹੁਣ ਮਨਾਰਕੀ ਡਾਊਨ 'ਚ ਆ ਜਾਂਦੀ ਆ, ਖਤਮ ਹੋ ਜਾਂਦੀ ਆ 1917, ਜਿਹਨੂੰ ਆਪਾਂ ਫਰਵਰੀ ਦੀ ਰੈਵੋਲੂਸ਼ਨ ਕਹਿੰਦੇ ਹਾਂ। ਨੈਕਸਟ ਆਪਾਂ ਪੜ੍ਹਦੇ ਹਾਂ ਬਾਕਸ ਨੰਬਰ 1 ਸਟੂਡੈਂਟ ਖੁਦ ਪੜ੍ਹਨਗੇ। ਸਾਡੇ ਕੋਲ ਇਸੇ ਸਬ ਪੁਆਇੰਟ ਦੇ ਅੰਡਰ 3.1 ਆਫਟਰ ਫਰਵਰੀ। ਹੁਣ ਰੈਵੋਲੂਸ਼ਨ ਹੋ ਗਈ ਆ, ਕਿੰਗਸ਼ਿਪ ਖਤਮ ਹੋ ਗਈ ਆ, ਪ੍ਰੋਵੀਜ਼ਨਲ ਗਵਰਨਮੈਂਟ ਕੰਮ ਕਰ ਰਹੀ ਆ, ਪਰ ਉਦੋਂ ਬਾਅਦ ਕੀ ਹੁੰਦਾ ਉਹ ਪੜ੍ਹਦੇ ਹਾਂ। ਆਰਮੀ ਅਫੀਸ਼ੀਅਲ, ਲੈਂਡ ਓਨਰਸ ਐਂਡ ਇੰਡਸਟਰੀਅਲਸ ਵਰ ਇਨਫਲੂਐਂਸ਼ਨ ਇਨ ਦਾ ਪ੍ਰੋਵੀਜ਼ਨਲ ਗਵਰਨਮੈਂਟ। ਹੁਣ ਇਸ ਜਿਹੜੀ ਪ੍ਰੋਵੀਜ਼ਨਲ ਗਵਰਨਮੈਂਟ ਬਣੀ ਸੀ ਉਹਦੇ ਵਿੱਚ ਕਿਹੜੇ ਲੋਕ ਸੀਗੇ, ਜਿਹੜੇ ਸੀਗੇ ਜਾਂ ਤਾਂ ਆਰਮੀ ਅਫੀਸ਼ੀਅਲ ਸੀਗੇ, ਜਾਂ ਲੈਂਡ ਓਨਰ ਸੀਗੇ, ਜਾਂ ਜਿਹੜੇ ਇੰਡਸਟਰੀਆਂ ਦੇ ਮਾਲਕ ਸੀ ਉਹ ਸੀਗੇ। ਬਟ ਦਾ ਲਿਬਰਲ ਐਜ਼ ਵੈਲ ਐਜ਼ ਸੋਸ਼ਲਿਸਟ ਅਮੰਗ ਦੈਮ ਵਰਕ ਟਵਾਰਡ ਐਨ ਇਲੈਕਟਡ ਗਵਰਨਮੈਂਟ। ਪਰ ਜਿਹੜੇ ਲਿਬਰਲ ਸੀਗੇ ਅਤੇ ਸੋਸ਼ਲਿਸਟ ਸੀਗੇ ਉਹ ਇੱਕ ਕੰਮ ਕਰ ਰਹੇ ਸੀਗੇ ਕਿ ਸਰਕਾਰ ਚੁਣੀ ਹੋਈ ਹੋਵੇ। ਹੁਣ ਪ੍ਰੋਵੀਜ਼ਨਲ ਸਰਕਾਰ ਨਾ ਹੋਵੇ, ਹੁਣ ਸਰਕਾਰ ਨੂੰ ਅਸੀਂ ਚੁਣੀਏ।
ਜਿਵੇਂ ਸਾਡੇ ਦੇਸ਼ ਵਿੱਚ ਇਲੈਕਸ਼ਨ ਦੁਆਰਾ ਚੁਣੀ ਜਾਂਦੀ ਆ। Restrictions on public meeting and associations were removed। ਹੁਣ ਜਿਹੜੀਆਂ ਪਬਲਿਕ ਮੀਟਿੰਗ ਉੱਪਰ ਜਾਂ ਐਸੋਸੀਏਸ਼ਨ ਉੱਪਰ ਰੈਸਟ੍ਰਿਕਸ਼ਨ ਸੀਗੀਆਂ ਉਹ ਰਿਮੂਵ ਕਰ ਦਿੱਤੀਆਂ ਗਈਆਂ। ਸੋਵੀਅਤ ਲਾਈਕ ਦਾ ਪੈਟਰੋਗਾਰਡ ਸੋਵੀਅਤ ਵਰ ਸੈਟ ਅਪ ਐਵਰੀਵੇਅਰ। ਹੁਣ ਸਾਰੇ ਜਗ੍ਹਾ 'ਤੇ ਕੀ ਕਰਤਾ ਕਿ ਉਹਨਾਂ ਨੇ ਸੋਵੀਅਤ ਲਾਗੂ ਕਰਤੀ ਕਿ ਹਰ ਜਗ੍ਹਾ 'ਤੇ ਸੋਵੀਅਤ ਦਾ ਕਾਨੂੰਨ ਚੱਲੇਗਾ। ਦੋ ਨੋ ਕਾਮਨ ਸਿਸਟਮ ਆਫ ਇਲੈਕਸ਼ਨ ਵਾਜ਼ ਫੋਲੋਡ। ਦੋ ਦਾ ਵਰਡ ਦਾ ਮੀਨਿੰਗ ਤੁਸੀਂ ਫਾਈਂਡ ਕਰਨਾ, ਇਹਦਾ ਮਤਲਬ ਪੰਜਾਬੀ 'ਚ ਭਾਵੇਂ ਹੁੰਦਾ ਕਿ ਭਾਵੇਂ ਇੱਥੇ ਕੋਈ ਵੀ ਹਾਲੇ ਜਿਹੜਾ ਇਲੈਕਸ਼ਨ ਦਾ ਸਿਸਟਮ ਨਹੀਂ ਸੀਗਾ, ਫਿਰ ਵੀ ਕੀ ਹੈਗਾ ਕਿ ਸਾਰੀ ਜਗ੍ਹਾ ਦੇ ਉੱਪਰ ਸੋਵੀਅਤ ਦਾ ਰਾਜ ਇਹਨਾਂ ਨੇ ਲਾਗੂ ਕਰਤਾ। ਇਨ April 1917 ਦ ਬੋਲਸ਼ਿਕ ਲੀਡਰ ਵਲਾਦੀਮੀਰ ਲੈਨਿਨ ਰਿਟਰਨ ਟੂ ਰਸ਼ੀਆ ਫਰੋਮ ਹਿਜ਼ ਐਗਜ਼ਾਈਲ। ਜਦੋਂ ਪਹਿਲਾਂ ਕਿੰਗਸ਼ਿਪ ਦਾ ਰਾਜ ਸੀ ਨਾ, ਲੈਨਿਨ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ। ਐਗਜ਼ਾਈਲ ਮੀਨਸ ਦੇਸ਼ ਨਿਕਾਲਾ ਦੇਣਾ। ਹੁਣ ਉਹ ਜਿਹੜਾ ਲੀਡਰ ਵਲਾਦੀਮੀਰ ਲੈਨਿਨ ਆ ਉਹ ਵਾਪਸ ਆ ਜਾਂਦਾ ਰਸ਼ੀਆ ਦੇ ਵਿੱਚ। ਹੀ ਐਂਡ ਦਾ ਬੋਲਸ਼ਿਕ ਹੈਡ ਅਪੋਜ਼ ਦਾ ਵਾਰ ਸਿੰਸ 1940। 1914 ਤੋਂ ਉਹ ਅਤੇ ਉਹਦੀ ਪਾਰਟੀ ਜਿਹੜੀ ਬੋਲਸ਼ਿਕ ਆ ਉਹ ਵਿਰੋਧ ਕਰਦੀ ਹੁੰਦੀ ਆ ਕਿ ਜਿਹੜੀ ਹੈਗੀ ਆ ਵਾਰ ਨਹੀਂ ਹੋਣੀ ਚਾਹੀਦੀ, ਜੰਗ ਨਹੀਂ ਹੋਣੀ ਚਾਹੀਦੀ, ਕਿਉਂਕਿ ਇਸ ਦਾ ਦੇਸ਼ ਨੂੰ ਬਹੁਤ ਨੁਕਸਾਨ ਹੋਵੇਗਾ। ਨਾਓ ਹੀ ਫੈਲਟ ਇਟ ਵਾਜ਼ ਅ ਟਾਈਮ ਫਾਰ ਸੋਵੀਅਤ ਟੂ ਟੇਕ ਪਾਵਰ। ਹੁਣ ਉਹ ਇਹ ਸੋਚਣ ਲੱਗ ਜਾਂਦਾ ਕਿ ਹੁਣ ਹੀ ਟਾਈਮ ਆ ਵੀ ਆਪਾਂ ਦੇਸ਼ ਦੇ ਵਿੱਚ ਪਾਵਰ ਨੂੰ ਆਪਣੇ ਹੱਥ 'ਚ ਲੈ ਸਕਦੇ ਹਾਂ। ਹੀ ਡਿਕਲੇਅਰ ਦੈਟ ਦਾ ਵਾਰ ਬੀ ਬਰਾਟ ਟੂ ਕਲੋਜ਼ war be brought to a close, land be transferred to the peasant and bank were nationalized। ਫਿਰ ਉਹ ਕੀ ਕਹਿੰਦਾ ਹੈਗਾ, ਜਦੋਂ ਹੀ ਉਹ ਡਿਕਲੇਅਰ ਕਰ ਦਿੰਦਾ ਹੈ ਕਿ ਜੇ ਮੈਂ ਜਦੋਂ ਪਾਵਰ 'ਚ ਆਵਾਂਗਾ ਤਾਂ ਵਾਰ ਨੂੰ ਕਲੋਜ਼ ਕਰ ਦੂੰਗਾ, ਜੰਗ ਨੂੰ ਬੰਦ ਕਰ ਦੂੰਗਾ, ਜਿਹੜੀ ਲੈਂਡ ਆ ਉਹ ਕਿਸਾਨਾਂ ਨੂੰ ਟਰਾਂਸਫਰ ਕਰ ਦਿੱਤੀ ਜਾਊਗੀ ਅਤੇ ਜਿਹੜੇ ਪੀਜੈਂਟ ਆ ਉਹਨਾਂ ਨੂੰ ਦੇ ਦਿੱਤੀ ਜਾਊਗੀ ਟਰਾਂਸਫਰ ਕਰਕੇ, ਅਤੇ ਬੈਂਕ ਜਿਹੜੇ ਹੈਗੇ ਨੈਸ਼ਨਲਾਈਜ਼ ਕਰਤੇ ਜਾਣਗੇ। ਬੈਂਕਾਂ ਨੂੰ ਸਰਕਾਰੀ ਬਣਾ ਦਿੱਤਾ ਜਾਊਗਾ। ਸਾਰੇ ਕਿਤੇ ਦੇਸ਼ ਦੇ ਵਿੱਚ ਬੈਂਕ ਹੋਣਗੇ ਔਰ ਉਹ ਵੀ ਸਰਕਾਰ ਦੇ ਅੰਡਰ ਹੋਣਗੇ। ਦੀਜ਼ 3 ਡਿਮਾਂਡਸ ਵਰ ਲੈਨਿਨ ਐਪਰਲ ਥੀਸਿਸ। ਅਤੇ ਹੁਣ ਸਟੂਡੈਂਟ ਨੂੰ ਕੁਐਸਚਨ ਕੀ ਆ ਜਾਂਦਾ ਹੁੰਦਾ ਕਿ ਐਪਰਲ ਥੀਸਿਸ ਕੀ ਆ, ਇਹਦੇ ਬਾਰੇ ਲਿਖੋ। ਅਤੇ ਇਹਦੇ ਵਿੱਚ ਆਹ ਜਿਹੜੀਆਂ 3 ਡਿਮਾਂਡਸ ਆ ਉਹਦੇ ਬਾਰੇ ਲਿਖਣਾ। ਹੀ ਆਲਸੋ ਆਰਗਿਊਡ ਦੈਟ ਦ ਬੋਲਸ਼ਿਕ ਪਾਰਟੀ ਰੀਨੇਮ ਇਟ ਸੈਲਫ। ਤਾਂ ਉਹ ਕਹਿੰਦਾ ਕਿ ਉਹ ਇਹ ਵੀ ਚੀਜ਼ ਆਰਗਿਊ ਕਰਦਾ ਕਿ ਬੋਲਸ਼ਿਕ ਪਾਰਟੀ ਦਾ ਨੇਮ ਚੇਂਜ ਕਰਕੇ ਆਪਾਂ ਇਹਦਾ ਨਾਮ ਰੱਖ ਦਾਂਗੇ ਇਟ ਸੈਲਫ ਦਾ ਕਮਿਊਨਿਸਟ ਪਾਰਟੀ ਟੂ ਇੰਡੀਕੇਟ ਇਟਸ ਨਿਊ ਰੈਡੀਕਲ ਏਮਸ। ਅਤੇ ਆਪਾਂ ਦੇ ਨਵੇਂ ਰੈਡੀਕਲ ਏਮਸ ਅਚੀਵ ਕਰਨ ਲਈ ਇਸ ਪਾਰਟੀ ਦਾ ਬੋਲਸ਼ਿਕ ਦਾ ਨਾਮ ਚੇਂਜ ਕਰਕੇ ਕਮਿਊਨਿਸਟ ਪਾਰਟੀ ਰੱਖ ਦਾਂਗੇ। ਮੋਸਟ ਅਦਰ ਇਨ ਦਾ ਬੋਲਸ਼ਿਕ ਪਾਰਟੀ ਵਰ ਇਨੀਸ਼ੀਅਲੀ ਸਰਪ੍ਰਾਈਜ਼ਡ ਬਾਏ ਦਾ ਐਪਰਲ ਥੀਸਿਸ। ਪਰ ਜਿਹੜੇ ਹੁਣ ਬੋਲਸ਼ਿਕ ਪਾਰਟੀ ਉਹਦੇ ਵਰਕਰ ਕੰਮ ਕਰ ਰਹੇ ਹੁੰਦੇ ਆ ਉਹ ਸੋਚਦੇ ਆ ਵੀ ਇਹ ਸਰਪ੍ਰਾਈਜ਼ ਆ ਕੰਮ, ਪਹਿਲਾਂ ਤਾਂ ਬਹੁਤ ਹੈਰਾਨ ਹੁੰਦੇ ਆ ਕਿ ਜਿਹੜਾ ਲੈਨਿਨ ਇਹ ਕੀ ਕਰ ਰਿਹਾ। ਦੇ ਥੋਟ ਦੈਟ ਦਾ ਟਾਈਮ ਵਾਜ਼ ਨਾਟ ਯੈਟ ਰਾਈਪ ਫਾਰ, ਬਟ ਉਹ ਸੋਚਦੇ ਆ ਕਿ ਹਜੇ ਇਹ ਟਾਈਮ ਨਹੀਂ ਸਾਡੇ ਕੋਲ ਜਿਹੜੀ ਹੈਗੀ ਫਸਲ ਵੱਢਣ ਦਾ। ਕਹਿਣ ਦਾ ਮਤਲਬ ਕੀ ਆ ਕਿ ਹਜੇ ਕੋਈ ਕੁਐਸਚਨ ਕਰਨ ਦਾ ਜਾਂ ਕੁਛ ਵੀ ਕਰਨ ਦਾ ਟਾਈਮ ਨਹੀਂ ਗਾ। ਨਾਟ ਰਾਈਪ ਫਾਰ ਏ ਸੋਸ਼ਲਿਸਟ ਰੈਵੋਲੂਸ਼ਨ। ਅਤੇ ਸੋਸ਼ਲਿਸਟ ਰੈਵੋਲੂਸ਼ਨ ਕਰਨ ਦਾ ਕਹਿੰਦੇ ਹਲੇ ਟਾਈਮ ਨਹੀਂ ਸਾਡੇ ਕੋਲ, ਕਿ ਸਮਾਜਵਾਦੀ ਕ੍ਰਾਂਤੀ ਦੁਬਾਰਾ ਕਰਨ ਦਾ ਕੋਈ ਟਾਈਮ ਨਹੀਂ ਗਾ, ਹਾਲੇ ਸਾਨੂੰ ਚੁੱਪ ਰਹਿਣਾ ਚਾਹੀਦਾ। ਐਂਡ ਅ ਪ੍ਰੋਵੀਜ਼ਨਲ ਗਵਰਨਮੈਂਟ ਨੀਡਡ ਟੂ ਬੀ ਸਪੋਰਟਡ। ਅਤੇ ਪ੍ਰੋਵੀਜ਼ਨਲ ਗਵਰਨਮੈਂਟ ਨੂੰ ਹਾਲੇ ਸਾਨੂੰ ਸਪੋਰਟ ਕਰਨੀ ਚਾਹੀਦੀ, ਜਿਹੜੀ ਟੈਂਪਰੇਰੀ ਸਰਕਾਰ ਬਣੀ ਹੋਈ ਆ। ਇਹ ਨਾ ਹੋਵੇ ਕਿ ਦੁਬਾਰਾ ਫਿਰ ਕਿੰਗ ਆ ਜੇ। ਬਟ ਦ ਡਿਵੈਲਪਮੈਂਟ ਆਫ ਦਾ ਸਬਸੀਕੁਐਂਟ ਮੰਥਸ ਚੇਂਜ ਦੀਅਰ ਐਟੀਟਿਊਡ। ਬਟ ਡਿਵੈਲਪਮੈਂਟ ਦੇ ਨਾਂ 'ਤੇ ਹੌਲੀ ਹੌਲੀ ਅਗਲੇ ਜਿਹੜੇ ਮਹੀਨੇ ਵਿੱਚੋਂ ਜਦੋਂ ਬੋਲਸ਼ਿਕ ਪਾਰਟੀ ਸਪੋਰਟ ਕਰਕੇ ਜਿਹੜੀ ਟੈਂਪਰੇਰੀ ਸਰਕਾਰ ਆਉਂਦੀ ਆ ਉਹਦੀ ਹੈਲਪ ਨਾਲ ਕੁਛ ਚੇਂਜਸ ਕਰਨ ਦੀ ਕੋਸ਼ਿਸ਼ ਕਰਦੀ ਹੈ, ਡਿਵੈਲਪਮੈਂਟ ਕਰਨ ਦੀ ਕੋਸ਼ਿਸ਼ ਕਰਦੀ ਹੈ, ਪਰ ਉਹਨਾਂ ਦੇ ਐਟੀਟਿਊਡ 'ਚ ਚੇਂਜ ਆ ਜਾਂਦਾ। ਥਰੂ ਦਾ ਸਮਰ ਦਾ ਵਰਕਰ ਮੂਵਮੈਂਟ ਸਪਰੈਡ। ਸਮਰ ਦੇ ਵਿੱਚ ਆ ਕੇ ਕੀ ਹੁੰਦਾ ਕਿ ਜਿਹੜੀ ਵਰਕਰ ਮੂਵਮੈਂਟ ਆ ਉਹ ਸਪਰੈਡ ਹੁੰਦੀ ਆ। ਜਿਹੜੀ ਕਮਿਊਨਿਸਟ ਪਾਰਟੀ ਆ ਜਿਹਨੂੰ ਆਪਾਂ ਬੋਲਸ਼ਿਕ ਪਾਰਟੀ ਵੀ ਕਹਿ ਸਕਦੇ ਹਾਂ। ਇਨ ਇੰਡਸਟਰੀਅਲ ਏਰੀਆਜ਼ ਫੈਕਟਰੀ ਕਮੇਟੀ ਵਰ ਫਾਰਮਡ। ਇੰਡਸਟਰੀ ਏਰੀਆ 'ਚ ਜਿਹੜੀਆਂ ਇੰਡਸਟਰੀਅਲ ਏਰੀਆ ਹੁੰਦੇ ਅਤੇ ਫੈਕਟਰੀ ਕਮੇਟੀ ਬਣਾ ਦਿੱਤੇ ਜਾਂਦੇ ਆ। ਵਿਚ ਬਿਗੇਨ ਕੁਐਸਚਨਿੰਗ ਦਾ ਵੇ ਆਫ ਇੰਡਸਟਰੀਅਲਿਸਟ ਰੈਨ ਦੀਅਰ ਫੈਕਟਰੀਜ਼। ਅਤੇ ਜਿਹੜੀਆਂ ਕੁਐਸਚਨਿੰਗ ਕਰਨ ਲੱਗ ਜਾਂਦੀ ਆ ਇੰਡਸਟਰੀ ਦੇ ਮਾਲਕਾਂ ਨੂੰ ਕਿ ਤੁਸੀਂ ਫੈਕਟਰੀਆਂ ਕਿਵੇਂ ਚਲਾ ਰਹੇ ਹੋ। ਟ੍ਰੇਡ ਯੂਨੀਅਨ ਗ੍ਰਿਊ ਇਨ ਨੰਬਰਸ।
ਟ੍ਰੇਡ ਯੂਨੀਅਨ ਬਣ ਜਾਂਦੀਆਂ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ। ਸੋਲਜਰ ਕਮੇਟੀ ਵਰ ਫਾਰਮਡ ਇਨ ਦ ਆਰਮੀ, ਅਤੇ ਸੋਲਜਰ ਕਮੇਟੀਆਂ ਬਣਾਈਆਂ ਜਾਂਦੀਆਂ ਆਰਮੀ ਦੇ ਵਿੱਚ ਵੀ। ਇਨ ਜੂਨ ਅਬਾਊਟ 500 ਸੋਵੀਅਤ ਸੈਂਟ ਰਿਪਰੈਜ਼ੈਂਟੇਟਿਵ ਟੂ ਆਲ ਰਸ਼ੀਅਨ ਕਾਂਗਰਸ ਆਫ ਸੋਵੀਅਤ, ਅਤੇ ਜੂਨ ਦੇ ਵਿੱਚ 500 ਜਿਹੜੇ ਉਹਨਾਂ ਦੇ ਚੁਣੇ ਹੋਏ ਮੈਂਬਰ ਹੁੰਦੇ ਆ ਉਹ ਕਾਹਦੇ ਵਿੱਚ ਭੇਜਦੇ ਆ, ਆਲ ਰਸ਼ੀਅਨ ਕਾਂਗਰਸ ਆਫ ਸੋਵੀਅਤ ਦੇ ਵਿੱਚ ਆਪਣੇ ਮੈਂਬਰ ਭੇਜਦੇ ਆ। ਇਹ ਸਾਰੇ ਜਿਹੜੇ ਆਰਮੀ ਦੇ ਯੂਨੀਅਨ ਬਣੀਆਂ ਸੀਗੀਆਂ ਜਾਂ ਇੰਡਸਟਰੀਅਲ ਕਮੇਟੀਆਂ ਬਣੀਆਂ ਸੀਗੀਆਂ, ਉਹਨਾਂ ਦੇ ਵਿੱਚੋਂ 500 ਮੈਂਬਰ ਨਿਕਲ ਕੇ ਕਾਹਦੇ 'ਚ ਜਾਂਦੇ ਆ, ਆਲ ਰਸ਼ੀਅਨ ਕਾਂਗਰਸ ਦੇ ਵਿੱਚ ਉਹਨਾਂ ਨੂੰ ਆਪਣੇ ਰੀਪ੍ਰਜੈਂਟੇਟਿਵ ਬਣਾ ਕੇ ਭੇਜਦੇ ਆ। ਕੌਣ ਲੋਕ ਭੇਜਦੇ ਆ, ਇੰਡਸਟਰੀ ਜਿਹੜੀਆਂ ਕਮੇਟੀਜ਼ ਹੁੰਦੀਆਂ ਇੰਡਸਟਰੀਆਂ ਦੇ ਵਿੱਚ, ਜਾਂ ਜਿਹੜੇ ਹੈਗੇ ਆ ਸੋਲਜਰ ਕਮੇਟੀਆਂ ਹੁੰਦੀਆਂ, ਉਹ ਆਪਦੇ ਵਿੱਚੋਂ 500 ਮੈਂਬਰ ਜਿਹੜੇ ਚੁਣ ਕੇ ਭੇਜਦੇ ਆ ਆਲ ਰਸ਼ੀਅਨ ਕਾਂਗਰਸ ਦੇ ਵਿੱਚ। ਐਜ਼ ਦਾ ਪ੍ਰੋਵੀਜ਼ਨਲ ਗਵਰਨਮੈਂਟ ਸਾ ਇਟਸ ਪਾਵਰ ਰਿਡਿਊਸ, the Bolshevik influence grow, it decided to take stern measures against the spreading discontent. ਐਜ਼ ਅ ਪ੍ਰੋਵੀਜ਼ਨਲ ਗਵਰਨਮੈਂਟ ਸੌ, ਜਿਵੇਂ ਜਿਹੜੀ ਪ੍ਰੋਵੀਜ਼ਨਲ ਗਵਰਨਮੈਂਟ ਹੁੰਦੀ ਹੈ ਟੈਂਪਰੇਰੀ ਸਰਕਾਰ, ਜਦੋਂ ਉਹਨੂੰ ਪਤਾ ਲੱਗਦਾ ਕਿ ਸਾਡੀ ਪਾਵਰ ਘਟ ਰਹੀ ਹੈ ਅਤੇ ਬੋਲਸ਼ਿਕ ਦਾ ਪ੍ਰਭਾਵ ਜ਼ਿਆਦਾ ਵੱਧ ਰਿਹਾ, ਤਾਂ ਉਹ ਬਹੁਤ ਸਖਤੀ ਨਾਲ ਜਿਹੜੇ ਹੈਗੇ ਸਟਰਨ ਹੁੰਦਾ, ਬਹੁਤ ਜ਼ਿਆਦਾ ਸ਼ਿੱਦਤ ਨਾਲ, ਪਾਵਰ ਨਾਲ ਕੁਛ ਮੇਜਰਮੈਂਟ ਲੈਂਦੇ ਆ ਕਿ ਡਿਸਕੰਟੈਂਟ ਸਪਰੈਡ ਨਾ ਹੋਵੇ, ਗਲਤ ਗੱਲਾਂ ਸਪਰੈਡ ਨਾ ਹੋਣ। ਅਤੇ ਇਟ ਰਸਿਸਟਡ ਅਟੈਂਪਟਸ ਬਾਏ ਵਰਕਰ ਟੂ ਰਨ ਫੈਕਟਰੀ ਐਂਡ ਬਿਗੇਨ ਅਰੈਸਟਿੰਗ ਲੀਡਰਸ। ਫਿਰ ਉਹ ਜਿਹੜੀ ਪ੍ਰੋਵੀਜ਼ਨਲ ਗਵਰਨਮੈਂਟ ਹੁੰਦੀ ਉਹ ਕੀ ਕਰਨ ਲੱਗ ਜਾਂਦੀ ਆ, ਜਿਹੜੇ ਫੈਕਟਰੀਆਂ ਦੇ ਵਿੱਚ ਜਿਹੜੇ ਵਰਕਰ ਹੁੰਦੇ ਫੈਕਟਰੀਆਂ ਚਲਾ ਰਹੇ ਹੁੰਦੇ ਆ ਅਤੇ ਉਹਨਾਂ ਦੇ ਲੀਡਰ ਹੁੰਦੇ, ਉਹਨਾਂ ਨੂੰ ਜਿਹੜਾ ਹੈਗਾ ਅਰੈਸਟ ਕਰ ਲੈਂਦੇ, ਫੜ ਲੈਂਦੇ ਆ। Popular demonstration staged by the Bolshevik in July 1970 were sternly repressed। ਅਤੇ ਜਿਹੜੀ ਡੈਮੋਸਟ੍ਰੇਸ਼ਨ ਹੁੰਦੀ ਹੈ ਬੋਲਸ਼ਿਕ ਨੇ ਕੀਤੀ ਸੀ 1917 ਦੇ ਵਿੱਚ, ਉਹਨੂੰ ਬਹੁਤ ਜ਼ਿਆਦਾ ਹੈਗਾ ਧੱਕੇ ਨਾਲ ਦਬਾ ਦਿੰਦੇ ਆ ਉਹ। ਮੈਨੀ ਬੋਲਸ਼ਿਕ ਲੀਡਰ ਹੈਡ ਟੂ ਗੋ ਇਨ ਟੂ ਹਾਈਡਿੰਗ ਔਰ ਫਲੀ, ਬਹੁਤ ਸਾਰੇ ਜਿਹੜੇ ਬੋਲਸ਼ਿਕ ਦੇ ਲੀਡਰ ਹੁੰਦੇ ਆ ਲੈਲਨ ਵਰਗੇ, ਜਾਂ ਤਾਂ ਉਹ ਵਿੱਚੋਂ ਕਈ ਤਾਂ ਭੱਜ ਜਾਂਦੇ ਦੇਸ਼ ਨੂੰ ਛੱਡ ਕੇ, ਔਰ ਕਈ ਜਿਹੜੇ ਹੈਗੇ ਹਿਡਨ ਹੋ ਜਾਂਦੇ ਆ। ਮੀਨਵਾਈਲ ਕੀ ਹੁੰਦਾ, ਮਤਲਬ ਕੀ ਆ, ਇਨ ਦਾ ਕੰਟਰੀ ਸਾਈਡ ਪੀਜ਼ੈਂਟ ਐਂਡ ਦੀ ਸੋਸ਼ਲਿਸਟ ਰੈਵੋਲੂਸ਼ਨਰੀ ਲੀਡਰ ਪ੍ਰੈਸਡ ਫਾਰ ਏ ਰੀਡਿਸਟਰੀਬਿਊਸ਼ਨ ਆਫ ਲੈਂਡ। ਕੰਟਰੀ ਸਾਈਡ ਹੁੰਦਾ ਦੇਸ਼ ਦੇ ਅੰਦਰ, ਜਿਹੜੇ ਕਿਸਾਨ ਹੁੰਦੇ ਆ ਐਂਡ ਸੋਸ਼ਲਿਸਟ ਰੈਵੋਲੂਸ਼ਨਰੀ ਲੀਡਰ ਹੁੰਦੇ ਆ, ਉਹ ਪ੍ਰੈਸਡ ਕਰਦੇ ਇਸ ਗੱਲ ਲਈ ਕਿ ਜ਼ਮੀਨ ਦਾ ਬਟਵਾਰਾ ਕੀਤਾ ਜਾਵੇ, ਰੀਡਿਸਟਰੀਬਿਊਸ਼ਨ ਕੀਤਾ ਜਾਵੇ, ਲੈਂਡ ਨੂੰ ਵੰਡ ਕੇ ਆਮ ਕਿਸਾਨਾਂ ਨੂੰ ਦੇ ਦਿੱਤੀ ਜਾਵੇ। ਲੈਂਡ ਕਮੇਟੀ ਵਰ ਫਾਰਮਡ, ਲੈਂਡ ਕਮੇਟੀਆਂ ਬਣਾਈਆਂ ਜਾਂਦੀਆਂ ਟੂ ਹੈਂਡਲ ਦਿਸ, ਇਹਨਾਂ ਚੀਜ਼ਾਂ ਨੂੰ ਹੈਂਡਲ ਕਰਨ ਲਈ। ਇਨਕਰੇਜਡ ਬਾਈ ਦਾ ਸੋਸ਼ਲਿਸਟ ਰੈਵੋਲੂਸ਼ਨਰੀਜ਼, ਅਤੇ ਇਹਨਾਂ ਨੂੰ ਉਤਸ਼ਾਹ ਕੌਣ ਦੇ ਰਿਹਾ ਹੁੰਦਾ, ਸੋਸ਼ਲਿਸਟ ਰੈਵੋਲੂਸ਼ਨਰੀਜ਼। ਪੀਜ਼ੈਂਟ ਸਿਜ਼ਾਈਡ ਲੈਂਡ, ਹੁਣ ਕਿਸਾਨਾਂ ਨੇ ਜ਼ਮੀਨ ਉੱਪਰ ਕਬਜ਼ਾ ਕਰ ਲਿਆ ਬਿਟਵੀਨ ਜੁਲਾਈ ਐਂਡ ਸਤੰਬਰ 1917 ਦੇ ਵਿੱਚ। 1917 ਦੇ ਵਿੱਚ ਜਿਹੜੇ ਹੁੰਦੇ ਆ, 1917 ਦੇ ਵਿੱਚ ਜਿਹੜੇ ਕਿਸਾਨ ਆ ਉਹ ਸਿਜ਼ਾਈਡ ਹੁੰਦਾ, ਕਬਜ਼ਾ ਕਰਨਾ ਲੈਂਡ ਦੇ ਉੱਪਰ, ਇਹਨਾਂ ਜੁਲਾਈ ਤੋਂ ਲੈ ਕੇ ਸੈਪਟੰਬਰ ਮੰਥ ਦੇ ਵਿੱਚ। ਨੈਕਸਟ ਪੜ੍ਹਦੇ ਹਾਂ ਆਪਾਂ, ਤੁਸੀਂ ਪਿਕਚਰ ਵੀ ਦੇਖ ਸਕਦੇ ਹੋ। ਪਿਕਚਰ ਹੈ ਦਾ ਜੁਲਾਈ ਡੇਜ਼ ਏ ਪ੍ਰੋ ਬੋਲਸ਼ਿਕ ਡੈਮੋਸਟ੍ਰੇਸ਼ਨ ਔਨ 17 ਜੁਲਾਈ 1907 ਬੀਇੰਗ ਫਾਇਰਡ ਅਪੋਨ ਬਾਏ ਦਾ ਆਰਮੀ। ਤਾਂ ਆਰਮੀ ਜਿਹੜੀ ਹੁੰਦੀ ਆ ਉੱਥੋਂ ਦੀ ਗੌਰਮੈਂਟ ਹੁੰਦੀ ਆ ਟੈਂਪਰੇਰੀ ਗੌਰਮੈਂਟ, ਉਹਨਾਂ ਦੁਆਰਾ ਉਹਨਾਂ ਉੱਪਰ ਅਟੈਕ ਕੀਤਾ ਜਾਂਦਾ। ਅਤੇ ਇਹ ਪਿਕਚਰ ਉਸ ਟਾਈਮ 'ਤੇ ਮਤਲਬ ਕਿ ਪਿਕਚਰ ਕਲੈਕਟ ਕੀਤੀ ਗਈ ਸੀ, ਓਰੀਜਨਲ ਪਿਕਚਰ ਆ ਰਸ਼ੀਆ ਦੀ ਉਸ ਸਮੇਂ ਦੀ। ਇੱਕ ਆਪਾਂ ਪਿੱਛੇ ਪੜ੍ਹ ਕੇ ਆਏ ਹਾਂ ਫੈਬਰਰੀ ਰੈਵੋਲਿਊਸ਼ਨ, ਇੱਕ 1917 ਦੇ ਵਿੱਚ ਇੱਕ ਹੋਰ ਰੈਵੋਲਿਊਸ਼ਨ ਹੁੰਦੀ ਹੈ ਰਸ਼ੀਆ ਦੇ ਵਿੱਚ, ਕ੍ਰਾਂਤੀ ਹੁੰਦੀ ਜਿਹਨੂੰ ਆਪਾਂ ਅਕਤੂਬਰ 1917 ਦੀ ਰੈਵੋਲਿਊਸ਼ਨ ਕਹਿ ਦਿੰਦੇ ਹਾਂ। ਤਾਂ ਇਹਦੇ ਵਿੱਚ ਆਪਾਂ ਥੋੜ੍ਹੇ ਜਿਹੇ ਪੁਆਇੰਟ ਪੜ੍ਹਦੇ ਹਾਂ, ਸਿਰਫ ਆਹੀ ਪੈਰਾ ਪੜ੍ਹਨ ਤੋਂ ਬਾਅਦ ਜਿਹੜਾ ਸਾਡਾ ਸਬ ਟੋਪਿਕ ਵਾਟ ਚੇਂਜ ਆਫਟਰ ਅਕਤੂਬਰ, ਇਹ ਅਸੀਂ ਨੈਕਸਟ ਵੀਡੀਓ 'ਚ ਪੜ੍ਹਾਂਗੇ। ਸਿਰਫ ਇੰਨਾ ਹੀ ਕੰਟੀਨਿਊ ਕਰਦੇ ਹਾਂ ਆਪਾਂ, ਜਿਹੜਾ ਹੈਗਾ 3.2 ਦਾ ਰੈਵੋਲਿਊਸ਼ਨ ਆਫ ਅਕਤੂਬਰ 1917। ਅਤੇ ਅੱਜ ਦੀ ਵੀਡੀਓ 'ਚ ਅਸੀਂ ਇਹ ਕੰਪਲੀਟ ਕਰਾਂਗੇ। ਐਜ਼ ਦਾ ਕਨਫਲਿਕਟ ਬਿਟਵੀਨ ਦਾ ਪ੍ਰੋਵੀਜ਼ਨਲ ਗੌਰਮੈਂਟ, ਜਿਵੇਂ ਆਪਾਂ ਪਿੱਛੇ ਪੜ੍ਹ ਕੇ ਆਏ ਹਾਂ ਕਿ ਪ੍ਰੋਵੀਜ਼ਨਲ ਗੌਰਮੈਂਟ ਐਂਡ ਬੋਲਸ਼ਿਕ ਦੇ ਵਿੱਚ ਜਿਹੜਾ ਝਗੜਾ ਵੱਧਦਾ ਗਿਆ। ਲੈਲਨ
ਫੀਅਰਡ ਦਾ ਪ੍ਰੋਵੀਜ਼ਨਲ ਗਵਰਨਮੈਂਟ। ਥੋੜ੍ਹੇ ਜਿਹੇ ਆਪਾਂ ਜਿਹੜੇ ਹੈਗੇ ਆ ਸਾਈਜ਼ ਜਿਹੜਾ ਟੈਕਸਟ ਦਾ ਵੱਡਾ ਕਰ ਲੈਂਦੇ ਹਾਂ। ਹੁਣ ਲੈਲਨ ਨੂੰ ਇਹ ਡਰ ਹੁੰਦਾ ਕਿ ਜਿਹੜੀ ਪ੍ਰੋਵੀਜ਼ਨਲ ਗਵਰਨਮੈਂਟ ਆ ਵੁੱਡ ਸੈਟ ਅਪ ਏ ਡਿਕਟੇਟਰਸ਼ਿਪ, ਜੇ ਡਿਕਟੇਟਰਸ਼ਿਪ ਕਾਇਮ ਕਰੇਗੀ। ਇਨ ਸੈਪਟੰਬਰ ਦੇ ਵਿੱਚ ਕੀ ਹੁੰਦਾ, ਹੀ ਬਿਗੇਨ ਡਿਸਕਸ਼ਨ ਫਾਰ ਐਨ ਅਪਰਾਈਜ਼ਿੰਗ ਅਗੇਂਸਟ ਦਾ ਗਵਰਨਮੈਂਟ। ਉਹ ਡਿਸਕਸ਼ਨ ਕਰਦੇ ਆ ਜਿਹੜੀ ਸਰਕਾਰ ਦੇ ਵਿਰੁੱਧ ਅਪਰਾਈਜ਼ਿੰਗ ਹੋ ਰਹੀ ਹੁੰਦੀ ਆ। ਅਪਰਾਈਜ਼ਿੰਗ ਮੀਨਸ ਜਿਹੜੇ ਪ੍ਰਦਰਸ਼ਨਕਾਰੀ ਉੱਠ ਰਹੇ ਹੁੰਦੇ ਆ ਜਾਂ ਕੋਈ ਵੀ ਚੀਜ਼ ਹੋ ਰਹੀ ਹੁੰਦੀ ਆ ਉਹਦੇ ਬਾਰੇ ਉਹ ਡਿਸਕਸ਼ਨ ਕਰਦੇ ਆ। ਬੋਲਸ਼ਿਕ ਸਪੋਰਟਰ ਇਨ ਦਾ ਆਰਮੀ, ਜਿਹੜੇ ਬੋਲਸ਼ਿਕ ਸਪੋਰਟਰ ਹੁੰਦੇ ਆ ਆਰਮੀ ਦੇ ਆਰਮੀ ਦੇ ਵਿੱਚ ਸੋਵੀਅਤ ਐਂਡ ਫੈਕਟਰੀ ਵਰ ਬਰੌਟ ਟੁਗੈਦਰ, ਉਹਨਾਂ ਨੂੰ ਇਕੱਠਿਆਂ ਲਿਆਂਦਾ ਜਾਂਦਾ। ਬੋਲਸ਼ਿਕ ਸਪੋਰਟਰਸ ਇਨ ਦਾ ਆਰਮੀ ਸੋਵੀਅਤ ਐਂਡ ਫੈਕਟਰੀ ਵਰ ਬਰੌਟ ਟੁਗੈਦਰ। ਹੁਣ ਬੋਲਸ਼ਿਕ ਦੇ ਲੀਡਰ ਹੀ ਨਾ ਉਹਨਾਂ ਨੂੰ ਇਕੱਠੇ ਕਰ ਦਿੰਦੇ ਆ ਤਾਂ ਕਿ ਉਹ ਪ੍ਰੋਵੀਜ਼ਨਲ ਗਵਰਨਮੈਂਟ ਨੂੰ ਹਟਾ ਸਕਣ ਅਤੇ ਬੋਲਸ਼ਿਕ ਪਾਰਟੀ ਦਾ ਜਿਹੜਾ ਹੈਗਾ ਪਾਵਰ, ਜਿਹੜੀ ਬੋਲਸ਼ਿਕ ਪਾਰਟੀ ਆ ਉਹ ਪਾਵਰ 'ਚ ਆ ਸਕੇ। ਔਨ ਅਕਤੂਬਰ 1917 ਨੂੰ ਕੀ ਹੁੰਦਾ ਹੈਗਾ, ਲੈਲਨ ਪ੍ਰਸਿਊਡਡ ਦਾ ਪੈਟਰੋਗਰਾਡ ਸੋਵੀਅਤ ਐਂਡ ਬੋਲਸ਼ਿਕ ਪਾਰਟੀ ਟੂ ਐਗਰੀ ਟੂ ਏ ਸੋਸ਼ਲਿਸਟ ਸੀਜ਼ਰ ਆਫ ਪਾਵਰ। ਹੁਣ ਲੈਲਨ ਜਿਹੜਾ ਹੈਗਾ ਮਨਾ ਲੈਂਦਾ ਹੈਗਾ ਪੈਟਰੋਗਰਾਡ ਸੋਵੀਅਤ ਨੂੰ ਐਂਡ ਬੋਲਸ਼ਿਕ ਪਾਰਟੀ ਨੂੰ ਐਗਰੀ ਕਰਨ ਲਈ ਕਿ ਸੋਸ਼ਲਿਸਟ ਜਿਹੜੀ ਹੈਗੀ ਆ ਸਮਾਜਵਾਦੀ ਹੈਗੇ ਉਹਨਾਂ ਨੂੰ ਪਾਵਰ ਉੱਪਰ ਕਬਜ਼ਾ ਕਰਨ ਲਈ। ਸੀਜ਼ਰ ਹੁੰਦਾ ਪਾਵਰ ਵਿੱਚ ਆਉਣਾ। ਆ ਮਿਲਟਰੀ ਰੈਵੋਲੂਸ਼ਨਰੀ ਕਮੇਟੀ ਵਾਜ਼ ਅਪੁਆਇੰਟਡ, ਇੱਕ ਮਿਲਟਰੀ ਰੈਵੋਲੂਸ਼ਨਰੀ ਕਮੇਟੀ ਬਣਾਈ ਜਾਂਦੀ ਹੈ ਬਾਏ ਦਾ ਸੋਵੀਅਤ ਅੰਡਰ ਦਾ ਲਿਓਨ ਟੋਸਟਸਕੀ, ਇੱਕ ਵਿਅਕਤੀ ਦਾ ਨਾਮ ਆ, ਟੂ ਔਰਗਨਾਈਜ਼ ਦਾ ਸੀਜ਼ਰ। ਹੁਣ ਸਾਰੀਆਂ ਚੀਜ਼ਾਂ ਉੱਪਰ ਕਬਜ਼ਾ ਕਰਨ ਲਈ, ਪਾਵਰ ਨੂੰ ਆਪਣੇ ਹੱਥ 'ਚ ਲੈਣ ਲਈ ਕਮੇਟੀ ਬਣਾਈ ਜਾਂਦੀ ਹੈ ਜਿਹਦਾ ਹੈੱਡ ਬਣਾਇਆ ਜਾਂਦਾ ਲਿਓਨ ਟੋਟਸਕੀ, ਉਹਦਾ ਨਾਮ ਹੈ ਇੱਕ ਵਿਅਕਤੀ ਦਾ। ਦ ਡੇਟ ਆਫ ਦਾ ਈਵੈਂਟ ਵਾਜ਼ ਕੈਪਟ ਐਜ਼ ਏ ਸੀਕਰੇਟ। ਹੁਣ ਜਿਹੜੀ ਆ ਡੇਟ ਹੁੰਦੀ ਹੈ ਵੀ ਕਿਹੜੀ ਚੀਜ਼ ਨੂੰ ਕਿਹੜੇ ਦਿਨ ਨੂੰ ਜਿਹੜਾ ਹੈਗਾ ਸਾਰੀ ਚੀਜ਼ ਉੱਪਰ ਉਹ ਕਬਜ਼ਾ ਕਰ ਲੈਣਗੇ, ਚਾਹੇ ਉਹ ਪਾਰਲੀਮੈਂਟ ਆ ਚਾਹੇ ਉਹ ਜਿਹੜੇ ਫਾਰਮਲੈਂਡ ਹੈਗੇ ਉਹਨਾਂ ਦੇ ਉੱਪਰ, ਤਾਂ ਉਹ ਫਿਰ ਇਸ ਚੀਜ਼ ਨੂੰ ਸੀਕਰੇਟ ਰੱਖਦੇ ਆ ਕਿ ਕਿਸੇ ਨੂੰ ਦੱਸਿਆ ਨਾ ਜਾਵੇ ਤਾਂ ਕਿ ਜਿਹੜੀ ਪ੍ਰੋਵੀਜ਼ਨਲ ਗਵਰਨਮੈਂਟ ਆ ਉਦੋਂ ਪਹਿਲਾਂ ਜਿਹੜੀ ਹੈਗੀ ਅਲਰਟ ਹੋ ਜਾਏ। ਦ ਅਪਰਾਈਜ਼ਿੰਗ ਬਿਗੇਨ ਔਨ 24 ਅਕਤੂਬਰ। ਹੁਣ ਜਿਹੜਾ ਇਹ ਅਪਰਾਈਜ਼ਿੰਗ ਆ ਜਿਹੜਾ ਹੈਗਾ ਜਿਹੜੇ ਹੈਗੇ ਆ ਕਬਜ਼ਾ ਕਰਨ ਦਾ ਪ੍ਰੋਸੈਸ ਸੀ ਉਹ ਕਦੋਂ ਸ਼ੁਰੂ ਹੁੰਦਾ, 24 ਅਕਤੂਬਰ ਨੂੰ। ਸੈਂਸਿੰਗ ਟਰਬਲ, ਪ੍ਰਾਈਮ ਮਿਨਿਸਟਰ ਕੈਰਨਸੈਂਕੀ ਹੈਡ ਲੈਫਟ ਦਾ ਸਿਟੀ ਟੂ ਸਮੌਨ ਟਰੂਪਸ। ਜਦੋਂ ਹੀ ਉਹ ਟਰਬਲ ਹੁੰਦੀ, ਸੈਂਸਿੰਗ ਟਰਬਲ, ਕੋਈ ਪ੍ਰੋਬਲਮ ਪੈਦਾ ਹੁੰਦੀ ਆ, ਜਿਹੜਾ ਪ੍ਰਾਈਮ ਮਿਨਿਸਟਰ ਹੁੰਦਾ ਉਹ ਉਸ ਟਾਈਮ ਦਾ ਪ੍ਰੋਵੀਜ਼ਨਲ ਗਵਰਨਮੈਂਟ ਦਾ, ਕੈਰਨਸੈਂਕੀ ਹੁੰਦਾ ਉਹਦਾ ਨਾਮ, ਉਹ ਸਿਟੀ ਨੂੰ ਲੈਫਟ ਕਰ ਜਾਂਦਾ ਤਾਂ ਕਿ ਉਹ ਜਿਹੜੇ ਟਰੂਪਸ ਨੂੰ ਤਿਆਰ ਕਰ ਸਕੇ ਲੜਨ ਵਾਸਤੇ। ਐਟ ਡਾਨ ਮਿਲਟਰੀ ਮੈਨ ਲੋਇਲ ਦਾ ਗਵਰਨਮੈਂਟ ਸਾਈਜ਼ ਦਾ ਬਿਲਡਿੰਗ ਆਫ 2 ਬੋਲਸ਼ਿਕ ਨਿਊਜ਼ਪੇਪਰ। ਅਤੇ ਸ਼ਾਮ ਹੁੰਦੇ ਫਿਰ ਕੀ ਹੁੰਦਾ ਨਾ, ਮਿਲਟਰੀ ਜਿਹੜੇ ਲੋਇਲ ਹੁੰਦੇ ਆ, ਮਿਲਟਰੀ ਮੈਨ ਸਰਕਾਰ ਪ੍ਰਤੀ, ਜਿਹੜੀ ਪ੍ਰੋਵੀਜ਼ਨਲ ਟੈਂਪਰੇਰੀ ਸਰਕਾਰ ਹੁੰਦੀ ਹੈ ਨਾ ਉਹਦੇ ਪ੍ਰਤੀ ਇਮਾਨਦਾਰ ਹੁੰਦੇ ਆ, ਉਹ ਬਿਲਡਿੰਗ ਨੂੰ ਕਬਜ਼ੇ 'ਚ ਲੈ ਲੈਂਦੇ ਆ ਜਿੱਥੇ ਨਿਊਜ਼ਪੇਪਰ ਛਪਦੇ ਹੁੰਦੇ ਆ। ਪ੍ਰੋ ਗਵਰਨਮੈਂਟ ਟਰੂਪਸ ਵਰ ਸੈਂਟ ਟੂ ਟੇਕ ਓਵਰ ਟੈਲੀਫੋਨ। ਅਤੇ ਜਿਹੜੇ ਪ੍ਰੋ ਗਵਰਨਮੈਂਟ ਟਰੂਪਸ ਹੁੰਦੇ ਆ ਉਹਨਾਂ ਨੂੰ ਭੇਜਿਆ ਜਾਂਦਾ, ਟਰੂਪਸ ਹੁੰਦੇ ਆ ਸਿਪਾਹੀਆਂ ਦੇ ਜਿਹੜੇ ਗਰੁੱਪ ਹੁੰਦੇ ਆ ਉਹਨਾਂ ਨੂੰ ਭੇਜਿਆ ਜਾਂਦਾ ਕਿ ਟੈਲੀਫੋਨ ਐਂਡ ਟੈਲੀਗ੍ਰਾਮ ਆਫਿਸ ਨੂੰ ਪ੍ਰੋਟੈਕਟ ਕਰਨ ਐਂਡ ਪ੍ਰੋਟੈਕਟ ਦਾ ਵਿੰਟਰ ਪੈਲਸ, ਅਤੇ ਵਿੰਟਰ ਪੈਲਸ ਨੂੰ ਵੀ ਪ੍ਰੋਟੈਕਟ ਕਰਨ। ਉਹਨਾਂ ਨੂੰ ਪਤਾ ਲੱਗ ਚੁੱਕਾ ਹੁੰਦਾ ਕਿ ਹੁਣ ਕੋਈ ਹਮਲਾ ਹੋਊਗਾ, ਤਾਂ ਜਿਹੜੀਆਂ ਸਰਕਾਰੀ ਦਫ਼ਤਰ ਹੁੰਦੇ ਆ ਉਹਨਾਂ ਨੂੰ ਅਤੇ ਵਿੰਟਰ ਪੈਲਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਇਨ ਸਵਿਫਟ ਰਿਸਪੌਂਸ, ਅਤੇ ਬਹੁਤ ਛੇਤੀ ਦੇ ਵਿੱਚ ਜਿਹੜਾ ਕੋਈ ਰਿਸਪੌਂਸ ਆਉਂਦਾ, ਦਾ ਮਿਲਟਰੀ ਰੈਵੋਲੂਸ਼ਨਰੀ ਕਮੇਟੀ ਜਿਹੜੀ ਬਣਾਈ ਹੁੰਦੀ ਆ ਆਰਡਰ ਇਟਸ ਸਪੋਰਟਰ ਟੂ ਸਾਈਜ਼ ਗਵਰਨਮੈਂਟ ਆਫਿਸ। ਹੁਣ ਜਿਹੜੀ ਆਪਾਂ ਉੱਪਰ ਪੜ੍ਹ ਕੇ ਆਏ ਨਾ ਕਿ ਮਿਲਟਰੀ ਰੈਵੋਲੂਸ਼ਨਰੀ ਕਮੇਟੀ ਬਣੀ ਸੀਗੀ, ਉਹ ਆਰਡਰ ਕਰਦੀ ਆ ਆਪਣੇ ਸਪੋਰਟਰ ਨੂੰ ਕਿ ਗਵਰਨਮੈਂਟ ਦੇ ਆਫਿਸ 'ਤੇ ਕਬਜ਼ਾ ਕਰ ਲਓ ਐਂਡ ਅਰੈਸਟ ਮਿਨਿਸਟਰਸ, ਜਿਹੜੇ ਮਿਨਿਸਟਰ ਹੈਗੇ ਆ ਪ੍ਰੋਵੀਜ਼ਨਲ ਗਵਰਨਮੈਂਟ ਦੇ ਵਿੱਚ, ਟੈਂਪਰੇਰੀ ਸਰਕਾਰ ਦੇ ਵਿੱਚ, ਉਹਨਾਂ ਨੂੰ ਫੜ ਲਓ। ਲੇਟ ਇਨ ਦਾ ਡੇ ਦਾ ਸ਼ਿਪ ਅਰੋਰਾ ਸ਼ੈਲਡ ਇਨ ਦਾ ਵਿੰਟਰ ਪੈਲਸ। ਅਗਲੇ ਦਿਨ ਹੀ ਫਿਰ ਕੀ ਹੁੰਦਾ ਹੈਗਾ ਕਿ ਇੱਕ ਸ਼ਿਪ ਹੁੰਦੀ ਹੈ ਜਿਹਦਾ ਨਾਮ ਅਰੋਰਾ ਹੁੰਦਾ, ਉਹ ਵਿੰਟਰ ਪੈਲਸ ਵੱਲ ਨੂੰ ਭੇਜੀ ਜਾਂਦੀ ਹੈ ਕਿਉਂਕਿ ਆਪਾਂ ਪੜ੍ਹਿਆ ਨਾ ਇਸ ਤੋਂ ਪਹਿਲਾਂ ਕਿ ਰਿਵਰ ਦੇ ਇੱਕ ਸਾਈਡ ਦੇ ਉੱਪਰ
ਜਿਹੜਾ ਹੈਗਾ ਵਿੰਟਰ ਪੈਲੇਸ ਸੀਗਾ ਅਤੇ ਦੂਸਰੇ ਪਾਸੇ ਆਮ ਲੋਕ ਰਹਿੰਦੇ ਸੀਗੇ। ਫਿਰ ਉਹ ਪਾਰ ਕਰਕੇ ਜਾਣਾ ਪੈਂਦਾ ਅਤੇ ਉਹ ਫਿਰ ਜਿਹੜੀ ਸ਼ਿਪ ਹੁੰਦੀ ਕਿੱਧਰ ਨੂੰ ਭੇਜ ਦਿੰਦੇ ਆ, ਵਿੰਟਰ ਪੈਲੇਸ ਵੱਲ ਨੂੰ। ਅਦਰ ਵੈਸਲਸ ਸੇਲ ਡਾਊਨ ਦਾ ਨੇਵਾ, ਹੋਰ ਵੀ ਜਿਹੜੀਆਂ ਵੈਸਲਸ ਹੁੰਦੀਆਂ ਉਹਨਾਂ ਨੂੰ ਨੇਵਾ ਦੇ ਵਿੱਚ ਉਤਾਰਿਆ ਜਾਂਦਾ, ਸੇਲਡ ਕੀਤਾ ਜਾਂਦਾ, ਮਤਲਬ ਚਲਾਇਆ ਜਾਂਦਾ। ਐਂਡ ਟੁੱਕ ਓਵਰ ਵੇਰੀਅਸ ਮਿਲਟਰੀ ਪੁਆਇੰਟ, ਅਤੇ ਬਹੁਤ ਸਾਰੇ ਜਿਹੜੇ ਮਿਲਟਰੀ ਪੁਆਇੰਟ ਹੁੰਦੇ ਉਹਨਾਂ 'ਤੇ ਕਬਜ਼ਾ ਕਰ ਲੈਂਦੇ ਆ, ਉਹਨਾਂ ਨੂੰ ਆਪਣੇ ਕਬਜ਼ੇ 'ਚ ਲੈ ਲੈਂਦੇ ਆ। ਬਾਏ ਨਾਈਟਫਾਲ, ਨਾਈਟਫਾਲ ਮੀਨਸ ਸ਼ਾਮ ਹੁੰਦੇ ਰਾਤ ਹੁੰਦੇ ਕੀ ਹੁੰਦਾ, ਦਾ ਸਿਟੀ ਵਾਜ਼ ਅੰਡਰ ਦਾ ਕਮੇਟੀਜ਼ ਕੰਟਰੋਲ। ਹੁਣ ਜਿਹੜੀ ਰੈਵੋਲਿਊਸ਼ਨਰੀ ਕਮੇਟੀ ਬਣੀ ਸੀਗੀ ਉਹਦੇ ਕੰਟਰੋਲ 'ਚ ਆ ਜਾਂਦਾ ਸਾਰੀ ਸਿਟੀ। ਐਂਡ ਦਾ ਮਿਨਿਸਟਰ ਹੈਡ ਸਰੈਂਡਰਡ, ਅਤੇ ਜਿੰਨੇ ਸਾਰੇ ਮਿਨਿਸਟਰ ਹੁੰਦੇ ਆ ਉਹਨੂੰ ਸਰੈਂਡਰ ਕਰ ਦਿੰਦੇ ਆ ਰੈਵੋਲਿਊਸ਼ਨਰੀ ਕਮੇਟੀ ਨੂੰ। ਐਟ ਏ ਮੀਟਿੰਗ ਆਫ ਦਾ ਆਲ ਰਸ਼ੀਅਨ ਕਾਂਗਰਸ, ਜਿੱਥੋਂ ਸਟੂਡੈਂਟ ਆਪਾਂ ਪੜ੍ਹਿਆ ਸੀਗਾ ਕਿ ਮਿਨਿਸਟਰ ਸਰੈਂਡਰ ਕਰ ਦਿੰਦੇ ਆ। ਐਟ ਦਾ ਮੀਟਿੰਗ ਆਫ ਆਲ ਰਸ਼ੀਅਨ ਕਾਂਗਰਸ ਆਫ ਸੋਵੀਅਤ ਇਨ ਪੈਟਰੋਗਾਰਡ ਦਾ ਮੈਜੋਰਿਟੀ ਅਪਰੂਵਡ ਦਾ ਬੋਲਸ਼ਿਕ ਐਕਸ਼ਨ। ਰਸ਼ੀਅਨ ਕਾਂਗਰਸ ਦੀ ਮੀਟਿੰਗ ਹੁੰਦੀ ਆ ਪੈਟਰੋਗਾਰਡ ਦੇ ਵਿੱਚ, ਤਾਂ ਮੈਜੋਰਿਟੀ ਜਿਹੜੀ ਹੈ ਉਹ ਅਪਰੂਵ ਕਰ ਦਿੰਦੇ ਆ ਕਿ ਬੋਲਸ਼ਿਕ ਐਕਸ਼ਨ ਦਾ ਮੈਜੋਰਿਟੀ ਅਪਰੂਵਡ ਦਾ ਬੋਲਸ਼ਿਕ ਐਕਸ਼ਨ। ਅਤੇ ਸਾਰੇ ਲੋਕ ਕੀ ਅਪਰੂਵ ਕਰ ਦਿੰਦੇ ਆ ਕਿ ਬੋਲਸ਼ਿਕ ਦਾ ਐਕਸ਼ਨ ਜਿਹੜਾ ਹੈਗਾ ਹੁਣ ਲਾਗੂ ਹੋਊਗਾ, ਸਾਰੇ ਕਿਤੇ ਉਹਨਾਂ ਦੀ ਜਿਹੜੀ ਹੈਗੀ ਆ ਰੂਲ ਐਂਡ ਰੈਗੂਲੇਸ਼ਨ ਚੱਲਣਗੇ। ਅਪਰਾਈਜ਼ਿੰਗ ਟੁੱਕ ਪਲੇਸ ਇਨ ਅਦਰ ਸਿਟੀਜ਼, ਅਪਰਾਈਜ਼ਿੰਗ ਜਿਹੜੇ ਹੁੰਦੇ ਆ ਉਹ ਦੂਜੇ ਜਗ੍ਹਾ ਦੇ ਉੱਪਰ ਵੀ ਹੁੰਦੇ ਆ, ਜਿਹੜਾ ਹੈਗਾ ਹਫੜਾ ਦਫੜੀ ਜਾਂ ਜਿਹਨੂੰ ਆਪਾਂ ਦੰਗੇ ਕਹਿ ਸਕਦੇ ਹਾਂ। ਟੁੱਕ ਪਲੇਸ ਇਨ ਅਦਰ ਸਿਟੀਜ਼, ਦੂਸਰੀ ਜਗ੍ਹਾ ਦੇ ਉੱਪਰ ਵੀ ਜਿਹੜੀ ਹੈਗੀ ਝੜਪ ਹੁੰਦੀ ਆ। ਸੌਰੀ, ਇਹਦੇ ਲਈ ਵਰਡ ਦੰਗੇ ਨਹੀਂ ਯੂਜ਼ ਅਸੀਂ ਕਵਾਂਗੇ ਇਹਨੂੰ, ਅਪਰਾਈਜ਼ਿੰਗ ਮਤਲਬ ਕਿ ਝੜਪ ਜਿਹੜੀ ਆਮ ਲੋਕਾਂ 'ਤੇ ਜਿਹੜੀ ਹੈਗੀ ਆ ਪ੍ਰੋਵਿਜ਼ਨਲ ਗੌਰਮੈਂਟ ਦੇ ਸਿਪਾਹੀਆਂ ਦੇ ਵਿੱਚ ਹੁੰਦੀ ਆ, ਉਹਨੂੰ ਅਪਰਾਈਜ਼ਿੰਗ ਬੋਲਦੇ ਆ। ਦੇਰ ਵਾਜ਼ ਏ ਹੈਵੀ ਫਾਈਟਿੰਗ ਸਪੈਸ਼ਲੀ ਇਨ ਮਾਸਕੋ, ਅਤੇ ਬਹੁਤ ਜ਼ਿਆਦਾ ਭਿਆਨਕ ਲੜਾਈ ਹੁੰਦੀ ਹੈ ਮਾਸਕੋ ਦੇ ਵਿੱਚ। ਬਟ ਦਸੰਬਰ ਆਉਂਦੇ ਦਾ ਬੋਲਸ਼ਿਕ ਕੰਟਰੋਲ ਦਾ ਮਾਸਕੋ ਪੈਟਰੋਗਾਰਡ ਏਰੀਆ, ਅਤੇ ਦਸੰਬਰ ਤੱਕ ਜਿਹੜੇ ਹੈਗੇ ਬੋਲਸ਼ਿਕ ਜਿਹੜੀ ਪਾਰਟੀ ਹੁੰਦੀ ਹੈ ਕੰਟਰੋਲ ਕਰ ਲੈਂਦੀ ਆ ਮਾਸਕੋ ਅਤੇ ਪੈਟਰੋਗਾਰਡ ਏਰੀਆ ਦੋਨੋਂ ਹੀ। ਪੈਟਰੋਗਾਰਡ ਮੀਨਸ ਸੇਂਟ ਪੀਟਰਸਬਰਗ। ਅੱਜ ਤੁਸੀਂ ਮੈਪ ਦੇ ਉੱਪਰ ਦੇਖੋਗੇ ਤੁਹਾਨੂੰ ਸੇਂਟ ਪੀਟਰਸਬਰਗ ਦਿਖਾਈ ਦੇਊਗਾ, ਪੈਟਰੋਗਾਰਡ ਨਹੀਂ। ਮਾਸਕੋ ਵੀ ਦਿਖਾਈ ਦੇਊਗਾ ਅਤੇ ਸੇਂਟ ਪੀਟਰਸਬਰਗ ਵੀ। ਤਾਂ ਤੁਸੀਂ ਇਹ ਦੇਖ ਸਕਦੇ ਹੋ ਨੀਚੇ ਪਿਕਚਰ ਦਿੱਤੀਆਂ ਹੋਈਆਂ, ਓਰੀਜਨਲ ਪਿਕਚਰ ਰੈਵੋਲਿਊਸ਼ਨਰੀ ਕਮੇਟੀ ਦੀਆਂ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕਬਜ਼ਾ ਕਰਨ ਤੋਂ ਬਾਅਦ ਤੁਹਾਨੂੰ ਇੱਥੇ ਲੋਕ ਨਜ਼ਰ ਬੈਠੇ ਦਿਖਾਈ ਦੇਣਗੇ ਜਿਨ੍ਹਾਂ ਨੇ ਕਬਜ਼ਾ ਔਰ ਸਰਕਲ ਕੀਤੇ ਹੋਏ ਆ ਦੋ ਚਿਹਰੇ। ਲੈਲਨ ਐਂਡ ਟੋਟਸਕਾਈ, ਲੈਲਨ ਲੈਫਟ, ਤੁਹਾਡੇ ਲੈਫਟ ਦੇ ਵਿੱਚ ਲੈਲਨ ਐਂਡ ਟੋਟਸਕਾਈ ਰਾਈਟ ਦੇ ਵਿੱਚ ਆ। ਵਿਦ ਦਾ ਵਰਕਰਸ ਐਂਡ ਐਟ ਪੈਟਰੋਗਾਰਡ, ਸੇਂਟ ਪੀਟਰਸਬਰਗ ਦੇ ਵਿੱਚ ਵਰਕਰ ਦੇ ਨਾਲ ਕੌਣ ਕੌਣ ਹੈ ਦੋਨੋਂ, ਜਿਨ੍ਹਾਂ ਦੇ ਜਿਹੜੇ ਚਿਹਰੇ ਹੈਗੇ ਸਰਕਲ ਕੀਤੇ ਹੋਏ ਆ। ਲੈਲਨ ਆ ਜਿਹੜਾ ਪਾਰਟੀ ਦਾ ਮੇਨ ਮੈਂਬਰ ਸੀਗਾ, ਐਂਡ ਟੋਟਸਕਾਈ ਉਹਦੇ ਰਾਈਟ 'ਚ ਆ ਜਿਹੜਾ ਮਿਲਟਰੀ ਮੈਨ ਦਾ ਹੈੱਡ ਸੀਗਾ। ਕੁਛ ਈਵੈਂਟ ਦਿੱਤੇ ਹੋਏ ਤੁਸੀਂ ਸਟੂਡੈਂਟ ਖੁਦ ਪੜ੍ਹ ਸਕਦੇ ਹੋ ਉਹਨੂੰ ਕਿ ਕਿਹੜੇ ਕਿਹੜੇ ਈਅਰ 'ਚ ਕੀ ਹੋਇਆ। ਸਮ ਇੰਪੋਰਟੈਂਟ ਡੇਟਸ ਦਿੱਤੀਆਂ ਹੋਈਆਂ। ਡਿਬੇਟ ਓਵਰ ਸੋਸ਼ਲਿਜ਼ਮ ਇਨ ਰਸ਼ੀਆ, ਇਹ ਤੁਸੀਂ ਆਪਣੀ ਨੌਲੇਜ ਲਈ ਖੁਦ ਵੀ ਇਹਨਾਂ ਨੂੰ ਰਿਮੈਂਬਰ ਕਰ ਸਕਦੇ ਹੋ। ਇੱਥੋਂ ਤੱਕ ਅਸੀਂ ਆਪਣਾ ਸਬ ਟੋਪਿਕ 3 ਜਿਹੜਾ ਹੈਗਾ ਪਾਰਟ 3 ਚੈਪਟਰ ਨੰਬਰ 2 ਰਸ਼ੀਅਨ ਰੈਵੋਲਿਊਸ਼ਨ ਦਾ ਕੰਪਲੀਟ ਕੀਤਾ। ਮਿਲਦੇ ਹਾਂ ਨੈਕਸਟ ਵੀਡੀਓ 'ਚ। ਕੀਪ ਵਾਚਿੰਗ EH ਮੋਗਾ। ਥੈਂਕ ਯੂ ਵੈਰੀ ਮੱਚ। ਆਲ ਦੀ ਬੈਸਟ।